आत्म रस जेह जानहि सो है खालस देव। प्रभ मह मोह मह तास मह रंचक नाहिन पेव। तुझ आगे अरदास हमारी जियो पिंड सब तेरा। कहो नानक सब तेरी वड्याई कोई नाओ न जाने मेरा। तुझ आगे अरदास हमारी जियो पिंड सब तेरा। कहो नानक सब तेरी वड्याई कोई नाओ न जाने मेरा। परम सन्मानयोग दसां ही पातशाहियां दे आत्मक स्वरूप चवर छतर तख्त दे मालिक गुरदा गद्दी ते विराजमान शब्द गुरु जुगो जुग अटल। धन 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 सतगुरु श्री गुरु ग्रंथ साहिब जी महाराज सच्चे पातशाह गुरु पिता जी की मेहरामत का सदका सतगुरां दी पवित्र पावन गोद विच बैठ करके सतगुरां दे मुखार बिंद तो उचारण कीती हुई पवित्र पावन बाणी दे आप संगतां ने जाप सरवण कीते हन। जो सरबत दे भले वास्ते यह बाणी दे जाप गुरद्वारा दुख भंजन सर साहिब विखे हफ्तावारी समागमां दे विच कीते जांदे हन। सतगुरां दी मेहरामत हुई है। आओ कुछ समय वास्ते सतगुरां दी पवित्र पावन गुरबाणी दे विचों गुर इतिहास दे विचों कुछ विचारां दी सांझ पाउणी है। सतगुरु जी मेहरामत करन आप ही विच वर्त करके प्रेम शरदा भावना दे सहित हो करके विचार कहन सुनन समझन अते मनन दे बल बख्शिश करन। विचारां प्रारंभ करन तो पहला सतगुरां दी बख्शी हुई अमृतमई फतेह दी सांझ पाइए। सारे ही किसी दी भी रसना वांझी ना रहे। सारे बुलाओ फतेह। वाहिगुरु जी का खालसा वाहिगुरु जी की फतेह। धन धन सतगुरु बाणी गुरु उपदेश बख्शिश करते हैं कि ये जिहड़ा जीव है संसार दे अंदर आया ये मनुखा शरीर जिहड़ा सानू बड़ी कठिनाई दे नाल प्राप्त होया। बाणी दे अंदर महाराज जी ने नू इस मनुखा देही नू दुर्लभ देही कहा। दुर कहंदे कठन नू लभ कहंदे लभना। एक तां सहजे ही सौख दे नाल ही चीज़ प्राप्त हो जानी। कई बार आपां कह दिंदे आ कि बहुता जतन नहीं करना पिया, ये काम तां साडा सहजे ही सौख दे नाल ही रास हो गया, जां ये सानू जिहड़ी वस्तु सी ये सौखियां ही प्राप्त हो गई। पर महाराज जी कहंदे जिहड़ा ये मनुखा शरीर है ना ये सौखा नहीं मिलदा, दुर्लभ है। ते नाल महाराज जी ने यह भी दसिया कि ये मिलिया कादे वास्ते है। सतगुरां दे वचन आपां निता प्रति पढ़दे सुनदे आ। महाराज जी वचन करदे भई प्राप्त मानुख देहुरिया, गोबिंद मिलन की एह तेरी बरिया,
ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅੱਜ ਜੇ ਕਿਸੇ ਵੀ ਮਨੁੱਖ ਨੂੰ ਪੁੱਛਿਆ ਜਾਵੇ ਕਿ ਇਹ ਭਾਈ ਦੱਸ ਤੂੰ ਤੈਨੂੰ ਇਹ ਜੀਵਨ ਕਿਉਂ ਮਿਲਿਆ, ਤਾਂ 100 ਦੇ ਵਿੱਚੋਂ ਤਕਰੀਬਨ ਕੋਈ 2-4% ਲੋਕ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਨੂੰ ਇਸ ਮਨੁੱਖਾ ਦੇਹੀ ਦਾ ਪ੍ਰਯੋਜਨ ਪਤਾ ਵੀ ਕਿਉਂ ਮਿਲੀ ਆ। ਨਹੀਂ, ਜ਼ਿਆਦਾਤਰ ਤਾਂ ਇਹ ਆ ਕਿ ਸੰਸਾਰ ਦੇ ਅੰਦਰ ਜੀਵ ਆਉਂਦਾ ਹੈ ਅਤੇ ਆਪਣੇ ਸਵਾਸਾਂ ਨੂੰ ਇੱਥੋਂ ਗਵਾ ਕਰਕੇ ਚਲਾ ਜਾਂਦਾ। ਜਦੋਂ ਅਸੀਂ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਟੁੱਟ ਜਾਂਦੇ ਹਾਂ ਨਾ, ਫਿਰ ਟੁੱਟਣ ਕਰਕੇ ਹੀ ਸਾਨੂੰ ਰੋਗ ਹੁੰਦੇ ਆ, ਦੁੱਖ ਹੁੰਦੇ ਆ, ਚਿੰਤਾਵਾਂ ਹੁੰਦੀਆਂ। ਪਰ ਜੇ ਸਾਨੂੰ ਆਪਣੇ ਆਉਣ ਦਾ ਪ੍ਰਯੋਜਨ ਪਤਾ ਹੋਵੇ ਅਤੇ ਜਿਵੇਂ ਆਪਾਂ ਸੰਸਾਰ ਦੇ ਵਿੱਚ ਰਹਿ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਸਤੇ, ਆਪਣੇ ਸਰੀਰ ਨੂੰ ਪਾਲਣ ਵਾਸਤੇ, ਚਲਾਉਣ ਵਾਸਤੇ ਕੰਮ ਧੰਦੇ ਕਰਦੇ ਹਾਂ, ਬੜੀ ਮਿਹਨਤ ਕਰਦੇ ਹਾਂ। ਜੇ ਕਿਤੇ ਮਨੁੱਖ ਨੂੰ 10-10 ਘੰਟੇ ਵੀ ਮਿਹਨਤ ਕਰਨੀ ਪਵੇ ਤਾਂ ਵੀ ਕਰਦਾ। ਪਰ ਜਿਸ ਪ੍ਰਯੋਜਨ ਵਾਸਤੇ ਮਹਾਰਾਜ ਜੀ ਨੇ ਸਾਨੂੰ ਇਹ ਮਨੁੱਖਾ ਸਰੀਰ ਦਿੱਤਾ, ਜੇ 24 ਘੰਟਿਆਂ ਦੇ ਵਿੱਚੋਂ 1 ਘੰਟਾ ਹੀ ਅਸੀਂ ਸਿਰਫ ਉਹਦੇ ਵਾਸਤੇ ਕੱਢੀਏ ਨਾ, ਤਾਂ ਸਾਡੀ ਜ਼ਿੰਦਗੀ ਸਫਲ ਹੋ ਸਕਦੀ। ਸਾਡੇ ਅੰਦਰੋਂ ਚਿੰਤਾਵਾਂ ਖਤਮ ਹੋ ਜਾਣਗੀਆਂ, ਦੁੱਖ ਖਤਮ ਹੋ ਜਾਣਗੇ, ਜੇ ਅਸੀਂ ਆਪਣੇ ਆਉਣ ਦਾ ਜਿਹੜਾ ਪ੍ਰਯੋਜਨ ਹੈ ਕੰਮ ਉਹਨੂੰ ਸਮਝ ਲਿਆ ਅਤੇ ਉਹਦੇ ਨਾਲ 1 ਘੰਟਾ ਹੀ ਜੁੜ ਗਏ। ਹੌਲੀ ਹੌਲੀ ਜੇ ਅਸੀਂ ਰੋਜ਼ ਕਿਤੇ 5 ਮਿੰਟ ਤੋਂ ਵੀ ਇਹ ਸ਼ੁਰੂ ਕਰੀਏ ਅਭਿਆਸ, ਤਾਂ ਮਨੁੱਖ ਦਾ ਜੀਵਨ ਜਿਹੜਾ ਬਦਲਣਾ ਸ਼ੁਰੂ ਹੋ ਜਾਂਦਾ। ਸਤਿਗੁਰੂ ਜੀ ਨੇ ਵਚਨ ਕਹੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਵੀ ਇਹ ਜਿਹੜੀ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਨਾ, ਦੇਹਰੀ ਦਾ ਅਰਥ ਕਈ ਵਿਦਵਾਨਾਂ ਨੇ ਦਹਲੀਜ਼ ਵੀ ਕੀਤਾ ਕਿ ਦਹਲੀਜ਼ ਹੈ ਮਨੁੱਖਾ ਦੇਹੀ, ਦਹਲੀਜ਼ ਹੈ। ਜਿਵੇਂ ਆਪਾਂ ਕਿਸੇ ਕਮਰੇ ਦੇ ਵਿੱਚ ਵੜਨਾ ਹੋਵੇ ਅਤੇ ਉਹਦੇ ਦਰਵਾਜ਼ੇ ਨੂੰ, ਉਹਦੀ ਦਹਲੀਜ਼ ਨੂੰ ਲੰਘ ਕੇ ਜਾਈਦਾ, ਅਤੇ ਇਹ ਦਹਲੀਜ਼ ਹੈ ਪਰਮਾਤਮਾ ਤੱਕ ਪਹੁੰਚਣ ਦੀ। ਇਸ ਦਹਲੀਜ਼ ਤੋਂ ਮਨੁੱਖ ਪਿੱਛੇ ਵੀ ਮੁੜ ਸਕਦਾ ਹੈ ਅਤੇ ਅੱਗੇ ਵੀ ਲੰਘ ਸਕਦਾ। ਜੇ ਤਾਂ ਸਾਨੂੰ ਸਮਝ ਆ ਗਈ ਕਿ ਅਸੀਂ ਗੋਬਿੰਦ ਨੂੰ ਮਿਲਣਾ, ਪਰਮੇਸ਼ਰ ਨੂੰ ਮਿਲਣਾ, ਮਨੁੱਖ ਅੱਗੇ ਨੂੰ ਤੁਰੇਗਾ। ਜੇ ਉਹਨੂੰ ਇਹ ਸਮਝ ਨਾ ਆਈ, ਉਹ ਹੋਰ ਕੰਮਾਂ ਦੇ ਵਿੱਚ ਹੀ ਲੱਗ ਕਰਕੇ ਆਪਣੇ ਜੇ ਸਵਾਸ ਖਤਮ ਕਰਦਾ ਰਿਹਾ, ਫਿਰ ਜਿੱਥੋਂ ਆਇਆ, ਜਿਹਦੇ ਬਾਰੇ ਮਹਾਰਾਜ ਦੀ ਬਾਣੀ ਕਹਿੰਦੀ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਸਰਪ ਪੰਖੀ ਬਿਰਖ ਹੋਇਓ। ਵੀ ਕਈ ਜਨਮ ਜਿਹੜੇ ਆ ਇਹਨੇ ਜੂਨਾਂ ਦੇ ਵਿੱਚ ਕੱਢੇ। ਉਸ ਤੋਂ ਬਾਅਦ ਕਿਤੇ ਜਾ ਕੇ ਇਹੋ ਜਿਹੜੀ ਦੇਹੀ ਹੈ ਇਹਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ, ਤਾਂ ਇਹਨੂੰ ਦੁਰਲੱਭ ਗਿਆ, ਵੀ ਬੜੀ ਔਖੀ ਪ੍ਰਾਪਤ ਹੋਈ ਆ। ਪਰ ਦੇਖਿਓ ਅੱਜ ਜਿਹੜਾ ਸਮਾਂ ਚੱਲ ਰਿਹਾ ਨਾ, ਅੱਜ ਦੇ ਸਮੇਂ ਦੇ ਅਨੁਸਾਰ, ਕਿਉਂਕਿ ਦਾਸ ਨੇ ਵਿਚਾਰ ਤਾਂ ਸ਼ੁਰੂ ਕੀਤੀ ਕਿਉਂਕਿ ਅੱਜ ਜਿਹੜਾ ਸਮਾਂ ਹੈ, ਅੱਜ ਦੇ ਸਮੇਂ ਅੰਦਰ ਅਸੀਂ ਮਨੁੱਖਾ ਦੇਹੀ ਦੀ ਜਿਹੜੀ ਕਹਿ ਲਓ, ਮਹਾਰਾਜ ਨੇ ਜਿਵੇਂ ਬਾਣੀ ਦੇ ਅੰਦਰ ਕਿਹਾ ਕਿ ਦੁਰਲੱਭ ਹੈ, ਜਿਹੜੀ ਬੜੀ ਕੀਮਤ ਹੈ, ਅਤੇ ਮਿਲਣਾ ਗੋਬਿੰਦ ਨੂੰ ਮਿਲਣ ਵਾਸਤੇ ਪ੍ਰਾਪਤ ਹੋਈ ਹੈ। ਪਰ ਉਸ ਤਰੀਕੇ ਨਾਲ ਅਸੀਂ ਮਨੁੱਖਾ ਦੇਹੀ ਨੂੰ ਸਮਝ ਨਹੀਂ ਰਹੇ, ਆਪਣੇ ਸਰੀਰ ਨੂੰ। ਹਾਂ, ਇਹਦਾ ਪਾਲਣ ਪੋਸ਼ਣ ਕਰਦੇ ਹਾਂ, ਇਹਦਾ ਸ਼ਿੰਗਾਰ ਕਰਦੇ ਹਾਂ, ਅਸੀਂ ਸੋਹਣੇ ਬਣ ਕੇ ਰਹਿੰਦੇ ਹਾਂ, ਵਸਤਰ ਵੀ ਇਹਦੇ ਵਾਸਤੇ ਵਧੀਆ ਪਾਉਂਦੇ ਹਾਂ, ਪਰ ਇਸ ਮਨੁੱਖਾ ਦੇਹੀ ਦੀ ਵੈਲਿਊ ਹੈ ਨਾ, ਜਿਹੜੀ ਕੀਮਤ, ਉਹ ਨਹੀਂ ਅਸੀਂ ਜਾਣਦੇ। ਤਾਂ ਹੀ ਦੇਖਿਓ ਅੱਜ ਸੰਸਾਰ ਦੇ ਅੰਦਰ ਜਦੋਂ ਮਨੁੱਖ ਚਿੰਤਾ ਦੇ ਵਿੱਚ ਹੁੰਦਾ ਨਾ, ਘਰ 'ਚ ਕੋਈ ਦੁੱਖ ਆ ਗਿਆ, ਸੁੱਖ ਆ ਗਿਆ, ਜੇ ਗੁਰਬਾਣੀ ਨਾਲ ਅਸੀਂ ਜੁੜੇ ਹੋਈਏ, ਪਰਮੇਸ਼ਰ ਨਾਲ ਜੁੜੇ ਹੋਈਏ, ਤਾਂ ਫਿਰ ਸਾਨੂੰ ਉਹਦਾ ਹੁਕਮ ਜਿਹੜਾ ਪਤਾ ਲੱਗ ਜਾਂਦਾ ਕਿ ਉਹਦੇ ਹੁਕਮ ਵਿੱਚ ਹੈ ਸਭ ਕੁਝ। ਪਰ ਅਸੀਂ ਡਾਵਾਂ ਡੋਲ ਹੋ ਜਾਂਦੇ ਹਾਂ,
ਦੁੱਖ ਕਰਕੇ, ਕਿਸੇ ਘਾਟੇ ਕਰਕੇ ਚਿੰਤਾ ਵਿੱਚ ਮਨੁੱਖ ਚਲਾ ਜਾਂਦਾ ਅਤੇ ਉਹ ਚਿੰਤਾ ਹੀ ਸਾਰੇ ਦੁੱਖਾਂ ਦਾ ਕਾਰਨ ਹੈ। ਮਹਾਰਾਜ ਜੀ ਨੇ ਬਾਣੀ ਦੇ ਅੰਦਰ ਬਚਨ ਕੀਤੇ। ਸਤਿਗੁਰੂ ਜੀ ਕਹਿੰਦੇ ਦੇਖਿਓ ਜੀਵ ਜਿਹੜਾ ਨਾ ਜਦੋਂ ਪਰਮੇਸ਼ਰ ਨਾਲੋਂ ਟੁੱਟ ਜਾਂਦਾ ਹੈ ਉਦੋਂ ਇਹਦੇ 'ਤੇ ਦੁੱਖ ਵਿਆਪਦੇ, ਪਰ ਜੇ ਉਹਦੇ ਹੁਕਮ ਨੂੰ ਇਹ ਸਮਝ ਲਵੇ, ਕਿਉਂਕਿ ਹੈ ਸਭ ਕੁਝ ਹੁਕਮ ਦੇ ਵਿੱਚ ਹੀ, ਬਹੁਤੀ ਦੂਰ ਨਾ ਜਾਈਏ। ਗੁਰਬਾਣੀ ਦੇ ਵਿੱਚੋਂ ਹੀ ਇੱਕ ਆਪਾਂ ਜੋ ਨਿਤਾ ਪ੍ਰਤੀ ਹਰੇਕ ਸਿੱਖ ਜਿਹੜਾ ਜਾਂ ਜੋ ਗੁਰਬਾਣੀ ਦੇ ਉੱਤੇ ਭਾਵਨਾ ਰੱਖਣ ਵਾਲਾ, ਗੁਰਬਾਣੀ ਨਾਲ ਪਿਆਰ ਕਰਨ ਵਾਲਾ ਹੈ, ਉਹ ਇਹ ਬਾਣੀ ਜ਼ਰੂਰ ਪੜ੍ਹਦਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਰਚਨਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਆਰੰਭ ਦੇ ਵਿੱਚ ਲਿਖੀ ਹੋਈ ਜਪ ਸਾਹਿਬ ਦੀ ਬਾਣੀ, ਜਿਹਨੂੰ ਆਪਾਂ ਜਪਜੀ ਸਾਹਿਬ ਕਹਿੰਦੇ ਹਾਂ, ਨਾ ਉਹਦਾ ਜਪ ਹੈ। ਉਹਦੇ ਵਿੱਚ ਮਹਾਰਾਜ ਜੀ ਨੇ ਪ੍ਰਾਰੰਭ ਦੇ ਵਿੱਚ ਹੀ ਹੁਕਮ ਦੀ ਗੱਲ ਕੀਤੀ ਹੈ ਕਿ ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਇਹਦੇ ਵਿੱਚ ਮਹਾਰਾਜ ਜੀ ਨੇ ਹੁਕਮ ਦੀ ਗੱਲ ਕੀਤੀ ਹੈ। ਦਾਸ ਤਾਂ ਕਈ ਵਾਰ ਜੇ ਕੋਈ ਮਨੁੱਖ ਚਿੰਤਾ ਵਿੱਚ ਗਰਸਿਆ ਫੋਨ ਲਾਉਂਦਾ ਨਾ, ਪੁੱਛਦਾ ਕਿ ਭਾਈ ਸਾਹਿਬ ਜੀ ਕੀ ਕਰੀਏ, ਬੜੀ ਚਿੰਤਾ, ਬੜਾ ਦੁੱਖ ਹੈ, ਅਤੇ ਉਹਨੂੰ ਇਹ ਕਹੀਦਾ ਭਾਈ ਤੂੰ ਆਹ ਪੰਗਤੀਆਂ, ਆਹ ਜਿਹੜੀ ਪੌੜੀ ਹੈ ਨਾ ਹੁਕਮ ਵਾਲੀ, ਇਹ ਪੜ੍ਹ ਵੀ ਹੁਕਮੀ ਹੋਵਨ ਆਕਾਰ। ਆਕਾਰ ਦਾ ਕੀ ਮਤਲਬ? ਜੋ ਸਾਡੀਆਂ ਅੱਖਾਂ ਨਾਲ ਸਾਨੂੰ ਅੱਜ ਦਿਸਦਾ ਪਿਆ, ਸਾਡੇ ਸਰੀਰ ਦਾ ਆਕਾਰ, ਦਰਖਤਾਂ ਦਾ ਆਕਾਰ, ਜੀਵ ਜੰਤੂਆਂ ਦੇ ਆਕਾਰ, ਜੋ ਵੀ ਆਕਾਰ ਦੇ ਵਿੱਚ ਹੈ ਉਹ ਵਾਹਿਗੁਰੂ ਦੇ ਹੁਕਮ ਵਿੱਚ ਪੈਦਾ ਹੋਇਆ, ਪਰ ਉਹਦੇ ਹੁਕਮ ਬਾਰੇ ਸੰਪੂਰਨ ਤੌਰ ਵਿੱਚ ਕਿਹਾ ਨਹੀਂ ਜਾ ਸਕਦਾ। ਹੁਕਮੀ ਹੋਵਨ ਜੀ, ਆ ਜਿੰਨੇ ਵੀ ਜੀਵ ਜੰਤੂ ਆ, ਕਹਿ ਲਓ ਸਾਡੇ ਅੰਦਰ ਜਿੰਦ ਪਾਈ ਹੈ, ਵੀ ਹੁਕਮ ਵਿੱਚ ਹੀ ਆਈ ਹੈ। ਹੁਕਮ ਮਿਲੈ ਵਡਿਆਈ, ਜੇ ਕਿਸੇ ਨੂੰ ਵਡਿਆਈ ਮਿਲੀ ਹੈ, ਆ ਮਨੁੱਖਾ ਸਰੀਰ ਦੀ ਵੀ ਵਡਿਆਈ ਮਿਲੀ ਹੈ, ਸਾਨੂੰ ਮਿਲੀ ਹੈ ਨਾ। ਭਈ ਪ੍ਰਾਪਤ ਮਾਨੁਖ ਦੇਹਰੀਆ, ਦੁਰਲੱਭ ਦੇਹੀ ਮਿਲੀ ਸਾਨੂੰ, ਇਹ ਵਡਿਆਈ ਦਿੱਤੀ, ਸਾਨੂੰ ਮਨੁੱਖ ਬਣਾ ਦਿੱਤਾ ਪ੍ਰਮਾਤਮਾ ਨੇ। ਸਾਡੇ ਕੋਈ ਪਿਛਲੇ ਕਰਮ ਸੀ ਜਿਨ੍ਹਾਂ ਕਰਕੇ ਸਾਨੂੰ ਇਹ ਸਰਦਾਰੀ ਮਿਲ ਗਈ, ਇਹ ਵਡਿਆਈ ਮਿਲ ਗਈ ਕਿ ਤੁਸੀਂ ਰੱਬ ਨੂੰ ਮਿਲ ਸਕਦੇ ਆ। ਦੂਸਰੀਆਂ ਜੂਨਾਂ ਹਜੇ ਸਫ਼ਰ ਦੇ ਵਿੱਚ ਨੇ, ਕਦੋਂ ਜਾ ਕੇ ਉਹਨਾਂ ਨੂੰ ਮਨੁੱਖਾ ਜੀਵਨ ਪ੍ਰਾਪਤ ਹੋਣਾ ਹੈ ਅਤੇ ਕਦੋਂ ਜਾ ਕੇ ਉਹ ਰੱਬ ਨਾਲ ਮਿਲਣਗੇ। ਹੁਕਮ ਮਿਲਿਆ ਵਡਿਆਈ, ਹੁਕਮੀ ਉੱਤਮ ਨੀਚ, ਉੱਤਮ ਜਿਹੜੇ ਨੇ ਚੰਗੇ ਨੇ ਉਹ ਵੀ ਉਹਦੇ ਹੁਕਮ ਵਿੱਚ ਹੈ, ਜੇ ਕੋਈ ਨੀਵਾਂ ਵਾ ਮਾੜੇ ਕਰਮ ਕਰਨ ਵਾਲਾ ਵਾ ਉਹ ਵੀ ਉਹਦੇ ਹੁਕਮ ਵਿੱਚ। ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਅਤੇ ਹੁਕਮ ਦੇ ਵਿੱਚ ਹੀ ਲਿਖੇ ਹੋਏ ਨੇ ਦੁੱਖ ਅਤੇ ਸੁੱਖ। ਗੁਰਬਾਣੀ ਵੀ ਕਹਿੰਦੀ ਹੈ ਇਹ ਗੱਲ। ਇੱਕ ਥਾਂ ਮਹਾਰਾਜ ਜੀ ਹੋਰ ਬਚਨ ਕਰਦੇ ਆ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰਹਿ ਜਾਏ ਮਨੁੱਖ। ਅਤੇ ਦੁੱਖ ਅਤੇ ਸੁੱਖ ਅਤੇ ਕੱਪੜੇ ਨੇ, ਹਰੇਕ ਮਨੁੱਖ ਨੂੰ ਪਹਿਨਣੇ ਪੈਂਦੇ ਆ। ਕਿਹੜਾ ਮਨੁੱਖ ਆ ਦੁਨੀਆ ਦੇ ਅੰਦਰ ਜਿਹਨੂੰ ਇਹ ਕੱਪੜੇ ਨਹੀਂ ਪਹਿਨਣੇ ਪੈਂਦੇ? ਵੀ ਸਦਾ ਜਿਵੇਂ ਆਪਾਂ ਸਰਦੀ ਅਤੇ ਗਰਮੀ ਦੇ ਕੱਪੜਿਆਂ ਦਾ ਖਿਆਲ ਰੱਖਦੇ ਹਾਂ, ਗਰਮੀ ਦੇ ਵਿੱਚ ਗਰਮੀ ਦੇ ਅਨੁਸਾਰ ਜਿਹੜੇ ਕੱਪੜੇ ਪਾਏ ਜਾਂਦੇ ਉਹ ਪਹਿਨੇ ਜਾਂਦੇ ਆ, ਸਰਦੀਆਂ ਵਿੱਚ ਸਰਦੀਆਂ ਵਾਲੇ ਕੱਪੜੇ ਪਹਿਨੇ ਜਾਂਦੇ ਆ। ਇਹ ਥੋੜ੍ਹਾ ਕਿ ਜੇ ਸਰਦੀਆਂ ਵਾਲੇ ਕੱਪੜੇ ਹੀ ਸਾਰਾ ਸਾਲ ਅਸੀਂ ਪਹਿਨੀ ਜਾਂਦੇ, ਗਰਮੀ ਵਿੱਚ ਵੀ ਉਹੀ ਪੈਂਟ ਕੋਟ ਚਾੜ ਕੇ ਤੁਰੇ ਫਿਰਦੇ ਹਾਂ। ਜਾਂ ਗਰਮੀ ਦੇ ਵਿੱਚ ਜੋ ਆਪਾਂ ਪਤਲੇ ਕੱਪੜੇ ਪਾਉਂਦੇ ਹਾਂ ਕਿ ਸਾਡੇ ਸਰੀਰ ਨੂੰ ਗਰਮੀ ਨਾ ਮਹਿਸੂਸ ਹੋਵੇ, ਅਤੇ ਸਰਦੀਆਂ ਵਿੱਚ ਅਸੀਂ ਉਹੀ ਪਾ ਕੇ ਤੁਰੇ ਫਿਰਦੇ। ਇਸ ਤਰ੍ਹਾਂ ਹੀ ਦੁੱਖ ਅਤੇ ਸੁੱਖ ਵੀ ਮਹਾਰਾਜ ਕਹਿੰਦੇ ਕੱਪੜੇ ਆ, ਬਦਲਦੇ ਰਹਿੰਦੇ ਆ। ਗੱਲ ਹੈ ਬਸ ਪਰਮਾਤਮਾ ਦੇ ਹੁਕਮ ਨੂੰ ਸਮਝਣ ਦੀ, ਉਹਦੇ ਹੁਕਮ ਵਿੱਚ ਚੱਲਣ ਦੀ। ਪਰ ਦੇਖਿਓ ਜਦੋਂ ਇਹ ਜੀਵ ਹੁਕਮ ਨੂੰ ਨਹੀਂ ਸਮਝਦਾ, ਬਾਣੀ ਦੇ ਨਾਲ ਨਹੀਂ ਜੁੜਦਾ, ਗੁਰਬਾਣੀ ਦੀ ਸਮਝ ਨਹੀਂ ਲੈਂਦਾ, ਫਿਰ ਇਹ ਚਿੰਤਾ ਵਿੱਚ ਚਲਾ ਜਾਂਦਾ ਹੈ। ਮਹਾਰਾਜ ਜੀ ਬਾਣੀ ਦੇ ਅੰਦਰ ਕਹਿੰਦੇ ਆ, ਚਿੰਤਤ ਹੀ ਦੀਸੈ ਸਭ ਕੋਈ। ਇਹ ਸਾਰੀ ਦੁਨੀਆ ਹੀ ਚਿੰਤਾ ਦੇ ਵਿੱਚ ਹੈ, ਚਿੰਤਨ ਹੋ ਰਿਹਾ ਸਾਰਿਆਂ ਦੇ ਅੰਦਰ। ਕੋਈ ਹੈ ਦੁਨੀਆ ਦੇ ਅੰਦਰ ਇਹੋ ਜਿਹਾ ਮਨੁੱਖ ਜਿਹਦੇ ਅੰਦਰ ਚਿੰਤਾ ਨਾ ਹੋਵੇ, ਜਾਂ ਜਿਹਦੇ ਅੰਦਰ ਚਿੰਤਨ ਨਾ ਚੱਲਦਾ ਹੋਵੇ, ਯਾਦ ਨਾ ਚੱਲਦੀ ਹੋਵੇ ਕਿਸੇ ਦੀ। ਕਿਸੇ ਦੇ ਅੰਦਰ ਯਾਦ ਚੱਲਦੀ ਮਾਇਆ ਦੀ, ਉਹ ਮਾਇਆ ਬਾਰੇ ਸੋਚੀ ਜਾਂਦਾ ਹੈ। ਕਿਸੇ ਦੇ ਅੰਦਰ ਯਾਦ ਚੱਲਦੀ ਕਾਰੋਬਾਰ ਦੀ ਕਿ ਘਾਟਾ ਪੈ ਗਿਆ, ਹੁਣ ਪਤਾ ਨਹੀਂ ਮੇਰੇ ਨਾਲ ਕੀ ਹੋਣਾ ਹੈ, ਨਾਲ ਚਿੰਤਾ ਹੈ ਅਤੇ ਨਾਲ ਹੀ ਚਿੰਤਨ ਹੈ ਉਸ ਚੀਜ਼ ਦਾ। ਮਹਾਰਾਜ ਕਹਿੰਦੇ ਸਾਰੇ ਸੰਸਾਰ ਦੇ ਅੰਦਰ ਕੋਈ ਇਹੋ ਜਿਹਾ ਮਨੁੱਖ ਨਹੀਂ ਜਿਹਦੇ ਅੰਦਰ ਚਿੰਤਨ ਨਹੀਂ ਚੱਲਦਾ ਪਿਆ।
ਚਿੰਤਨ ਚੱਲ ਰਿਹਾ ਕਿਸੇ ਦੇ ਅੰਦਰ ਪਰਿਵਾਰ ਦਾ, ਕਿਸੇ ਦੇ ਅੰਦਰ ਬਿਮਾਰੀ ਦਾ, ਕਿਸੇ ਦੇ ਅੰਦਰ ਮਾਇਆ ਦਾ, ਕਿਸੇ ਦੇ ਅੰਦਰ ਕਾਰੋਬਾਰ ਦਾ, ਕਿਸੇ ਦੇ ਅੰਦਰ ਪ੍ਰਭਤਾ ਦਾ, ਵਡਿਆਈ ਦਾ, ਕਿਸੇ ਦੇ ਅੰਦਰ ਮਾਣ ਸਨਮਾਨ ਦਾ, ਤੇ ਕਿਸੇ ਦੇ ਅੰਦਰ ਨਰਾਦਰ ਦਾ। ਜੇ ਕਿਸੇ ਨੇ ਉਹਦਾ ਨਰਾਦਰ ਕਰ ਦਿੱਤਾ, ਕੋਈ ਕੌੜੇ ਬਚਨ ਬੋਲ ਦਿੱਤੇ, ਤੇ ਉਹ ਵੀ ਉਹਦੇ ਅੰਦਰ ਚਿੰਤਨ ਚੱਲੀ ਜਾਂਦਾ ਉਸ ਚੀਜ਼ ਦਾ, ਮੈਨੂੰ ਕਿਵੇਂ ਕਹਿ ਦਿੱਤਾ। ਉਸ ਗੱਲ ਨੂੰ ਲੈ ਕੇ ਉਹ ਚਿੰਤਾ ਦੇ ਵਿੱਚ ਪੈ ਜਾਂਦਾ। ਤੇ ਹੁਣ ਚਿੰਤਾ ਜਿਹੜੀ ਹੈ ਸਰੀਰ ਦਾ ਨਹੀਂ ਵਿਸ਼ਾ, ਇਹ ਮਨ ਦਾ ਵਿਸ਼ਾ। ਤੇ ਜਦੋਂ ਮਨੁੱਖ ਚਿੰਤਾ ਵਿੱਚ ਜਾਂਦਾ, ਚਿੰਤਾ ਵਿੱਚ ਜਾ ਕੇ ਜਦੋਂ ਮਨੁੱਖ ਬਹੁਤ ਸੋਚਣ ਲੱਗ ਪੈਂਦਾ, ਫਿਰ ਉਹਦੇ ਸਰੀਰ 'ਤੇ ਅਸਰ ਹੁੰਦਾ ਇਹ ਚੀਜ਼ ਦਾ। ਜਿਵੇਂ ਆਪਾਂ ਡਾਕਟਰ ਕੋਲ ਜਾਂਦੇ, ਜਦੋਂ ਕੋਈ ਬਿਮਾਰੀ ਚੈੱਕ ਕਰਾਉਂਦਾ ਵੀ ਸ਼ੂਗਰ ਦੀ ਬਿਮਾਰੀ ਹੈ, ਇਹਨੂੰ ਬਲੱਡ ਪ੍ਰੈਸ਼ਰ ਇਹਦਾ ਵਧਣ ਲੱਗ ਪਿਆ, ਉਹ ਕਹਿੰਦੇ ਇਹ ਤਾਂ ਚਿੰਤਾ ਕਰਕੇ ਆ। ਮਾਨਸਿਕ ਤੌਰ 'ਤੇ ਸੀ ਰੋਗ ਚਿੰਤਾ ਦਾ, ਤੇ ਉਹਨੇ ਸਰੀਰ 'ਤੇ ਵੀ ਰੋਗ ਪੈਦਾ ਕਰ ਦਿੱਤੇ। ਫਿਰ ਮਨੁੱਖ ਰੋਗੀ ਹੋ ਜਾਂਦਾ। ਕਈ ਤਾਂ ਇੱਥੋਂ ਤੱਕ ਚਿੰਤਾ ਵਿੱਚ ਚਲੇ ਜਾਂਦੇ, ਉਦਾਸ ਹੋ ਜਾਂਦੇ, ਉਹ ਸੋਚਦੇ ਅਸੀਂ ਆਪਣੀ ਜ਼ਿੰਦਗੀ ਖ਼ਤਮ ਕਰ ਲਈਏ। ਚਿੰਤਾ ਵਿੱਚ ਜਾ ਕਰਕੇ ਸੋਚ ਸੋਚ ਕੇ ਇਸ ਗੱਲ ਨੂੰ, ਵਿਚਾਰ ਨੂੰ, ਕਿਉਂਕਿ ਉਹਨਾਂ ਕੋਲੇ ਜਦੋਂ ਮਨੁੱਖ ਉਦਾਸੀ ਵਿੱਚ ਹੈ, ਚਿੰਤਾ ਵਿੱਚ ਚਲਾ ਗਿਆ, ਮਨ ਜਿਹੜਾ ਇਹ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ। ਮਨ ਨੂੰ ਪਾਵਰ ਨਹੀਂ ਮਿਲਦੀ, ਸ਼ਕਤੀ ਨਹੀਂ ਮਿਲਦੀ। ਹੁਣ ਮਨ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ? ਮਨ ਨੂੰ ਸ਼ਕਤੀ ਮਿਲਦੀ ਚੰਗੇ ਵਿਚਾਰਾਂ ਤੋਂ। ਚੰਗੇ ਵਿਚਾਰ ਨੇ ਨਾ ਜਿਹੜੇ, ਉਹਨਾਂ ਦੇ ਨਾਲ ਮਨ ਬਲਵਾਨ ਹੁੰਦਾ ਹੈ, ਮਨ ਸ਼ਕਤੀਮਾਨ ਹੁੰਦਾ ਹੈ, ਸ਼ਕਤੀ ਦੇ ਵਿੱਚ ਆਉਂਦਾ ਹੈ, ਤਾਕਤ ਦੇ ਵਿੱਚ ਆਉਂਦਾ। ਹੁਣ ਜਿੱਥੇ ਵੀ ਆਪਾਂ ਦੁਨੀਆ ਵਿੱਚ ਜਾ ਕੇ ਬੈਠਾਂਗੇ, ਤੁਸੀਂ ਦੇਖਿਓ ਪਰਮਾਤਮਾ ਦੀ ਗੱਲ ਬਹੁਤ ਘੱਟ ਹੁੰਦੀ ਹੈ, ਗੁਰੂ ਦੀ ਗੱਲ ਬਹੁਤ ਘੱਟ ਹੁੰਦੀ ਹੈ। ਤੁਸੀਂ ਦੇਖਿਓ ਕਿਤੇ ਵੀ ਜਾ ਵੜਿਓ, ਦੋ ਚਾਰ ਬੰਦੇ ਬੈਠੇ ਆ, ਦੁਨੀਆ ਦੀਆਂ ਗੱਲਾਂ ਕਰੀ ਜਾਂਦੇ ਆ। ਉਹਦੇ ਨਾਲ ਮਨ ਨੂੰ ਜਿਹੜਾ ਉਹ ਚੜ੍ਹਦੀ ਕਲਾ ਨਹੀਂ ਮਿਲਦੀ, ਮਨ ਸਗੋਂ ਹੋਰ ਢਹਿੰਦੀ ਕਲਾ ਚਲਾ ਜਾਂਦਾ। ਚੜ੍ਹਦੀ ਕਲਾ ਕੀ ਹੈ? ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੋਇਆ, ਚੜ੍ਹਦੀ ਕਲਾ ਕਹਿੰਦੇ ਕਿਹਨੂੰ ਹੈ? ਕਿ ਜਿਹੜੀ ਤੇਰੀ ਸੁਰਤ ਹੈ ਨਾ, ਜਾਂ ਉਹਨੂੰ ਮਨ ਕਹਿ ਲਓ, ਜਾਂ ਉਹਨੂੰ ਸੁਰਤ ਕਹਿ ਲਓ, ਵੀ ਉਹ ਤੇਰੀ ਜਿਹੜੀ ਹੈ ਨਾਮ ਵਿੱਚ ਜੁੜੀ ਰਵੇ, ਉਹ ਚੜ੍ਹਦੀ ਕਲਾ ਹੈ। ਵੀ ਪਰਮੇਸ਼ਰ ਨਾਲ ਜੁੜੀ ਰਵੇ, ਬਾਹਰਲੀ ਗੱਲ ਦਾ ਤੇਰੇ 'ਤੇ ਕੋਈ ਅਸਰ ਨਾ ਹੋਵੇ। ਪਰ ਹੁਣ ਨਾਮ ਵਿੱਚ ਤਾਂ ਹੀ ਜੁੜੇਗਾ ਨਾ ਜੇ ਗੁਰਬਾਣੀ ਦੇ ਨਾਲ ਜੁੜੇਗਾ, ਗੁਰਬਾਣੀ ਤੋਂ ਸਮਝ ਲਵੇਗਾ ਕਿ ਮੈਂ ਪਰਮੇਸ਼ਰ ਵਾਸਤੇ ਵੀ ਕੋਈ ਸਮਾਂ ਕੱਢਣਾ। 23 ਘੰਟੇ ਆ ਕੰਮ ਧੰਦੇ ਕਰ, ਆਪਣੇ 1 ਘੰਟਾ ਪਰਮੇਸ਼ਰ ਵਾਸਤੇ ਕੱਢ, ਉਦੋਂ ਦਾ ਚਿੰਤਨ ਕਰ। ਪਰ ਜਦੋਂ ਮਨੁੱਖ ਚਿੰਤਾ ਵਿੱਚ ਚਲਾ ਜਾਂਦਾ ਨਾ, ਫਿਰ ਕਈ ਵਾਰ ਇਹ ਆਤਮ ਹੱਤਿਆ ਵੀ ਕਰ ਲੈਂਦਾ, ਆਪਣੇ ਆਪ ਨੂੰ ਖ਼ਤਮ ਵੀ ਕਰ ਲੈਂਦਾ। ਤਾਂ ਦਾਸ ਨੇ ਬੇਨਤੀ ਕੀਤੀ ਸੀ ਕਿ ਮਨੁੱਖਾ ਸਰੀਰ ਬੜਾ ਅਮੁੱਲ ਹੈ, ਬੜਾ ਦੁਰਲੱਭ ਹੈ, ਪਰ ਅਸੀਂ ਇਹਦੀ ਕੀਮਤ ਨਹੀਂ ਜਾਣਦੇ ਕਿ ਇਹ ਪਰਮੇਸ਼ਰ ਹੋ ਸਕਦਾ ਹੈ, ਪਰਮੇਸ਼ਰ ਬਣ ਸਕਦਾ ਇਹ। ਜੇ ਤੂੰ ਉਸ ਜਿੱਥੋਂ ਤੂੰ ਆਇਆ ਨਾ ਵਾਹਿਗੁਰੂ ਨਾਲ ਜੁੜ ਜਾਵੇਂਗਾ, ਤੈਨੂੰ ਦੁੱਖ ਪ੍ਰਤੀਤ ਹੋਣਗੇ ਹੀ ਨਹੀਂ। ਫਿਰ ਉਹਦੇ ਵਾਸਤੇ ਕੀ ਕਰੀਏ? ਮਹਾਰਾਜ ਜੀ ਉੱਥੇ ਨਾਲ ਹੀ ਉੱਤਰ ਵੀ ਦਿੰਦੇ ਆ, ਜੋ ਆਪਾਂ ਦਾਸ ਨੇ ਪੰਕਤੀ ਪੜ੍ਹੀ ਨਾ, ਚਿੰਤਤ ਹੀ ਦੀਸੈ ਸਭ ਕੋਏ। ਮਹਾਰਾਜ ਜੀ ਕਹਿੰਦੇ ਸਾਰੀ ਦੁਨੀਆ ਹੀ ਚਿੰਤਾ ਦੇ ਵਿੱਚ ਹੈ। ਇਹ ਜਿਹੜੀ ਬਾਣੀ ਹੈ ਓਅੰਕਾਰ ਦੀ ਬਾਣੀ ਹੈ ਮਹਾਰਾਜ ਜੀ ਦੀ, ਤੇ ਇੱਕ ਪਾਂਡੇ ਨਾਲ, ਇੱਕ ਪੰਡਤ ਨਾਲ, ਵਿਦਵਾਨ ਸੱਜਣ ਦੇ ਨਾਲ ਮਹਾਰਾਜ ਜੀ ਦੇ ਬਚਨ ਮਿਲਾਸ ਨੇ ਇਹ। ਤੇ ਮਹਾਰਾਜ ਜੀ ਉਹਨੂੰ ਕਹਿੰਦੇ ਆ ਕਿ ਸਾਰਾ ਸੰਸਾਰ ਹੀ ਚਿੰਤਾ ਵਿੱਚ ਹੈ, ਉਹਦੇ ਅੰਦਰ ਚਿੰਤਨ ਚੱਲ ਰਿਹਾ ਹੈ। ਤੇ ਉਹ ਅੱਗੋਂ ਪੁੱਛਦਾ ਕਿ ਮਹਾਰਾਜ ਫਿਰ ਇਹ ਜਿਹੜੇ ਲੋਕ ਚਿੰਤਾ ਦੇ ਵਿੱਚ ਆ, ਤੇ ਚਿੰਤਾ ਤੋਂ ਮੁਕਤ ਕਿਵੇਂ ਹੋਈਏ? ਫਿਰ ਵੀ ਚਿੰਤਾ ਤੋਂ ਮੁਕਤ ਕਿਵੇਂ ਹੋਇਆ ਜਾਵੇ? ਵੀ ਕੋਈ ਇਹੋ ਜਿਹਾ ਤਰੀਕਾ ਵੀ ਹੈ ਜਿਹਦੇ ਕਰਕੇ ਮਨੁੱਖ ਦੇ ਅੰਦਰ ਚਿੰਤਾ ਨਾ ਆਵੇ? ਮਹਾਰਾਜ ਜੀ ਕਹਿੰਦੇ ਹਾਂ। ਜਿਵੇਂ ਹੁਣ ਗੁਰਬਾਣੀ ਵਿੱਚ ਬਹੁਤ ਥਾਈਂ ਇਹ ਬਚਨ ਆਏ ਆ, ਗੁਰੂ ਤੇਗ ਬਹਾਦਰ ਜੀ ਮਹਾਰਾਜ ਤਾਂ ਸਾਨੂੰ ਇਹ ਗੱਲ ਸਮਝਾਉਂਦੇ ਆ। ਆਪਾਂ ਕਈ ਵਾਰ ਮਹਾਰਾਜ ਜੀ ਦੇ ਬਚਨ ਇਹ ਵੀ ਸੁਣੇ ਆ ਨਾ, ਪੜ੍ਹਦੇ ਆ, ਸੁਣਦੇ ਆ। ਪਰ ਕਹਿੰਦੇ ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਣੀ ਹੋਏ। ਵੀ ਚਿੰਤਾ ਉਸ ਗੱਲ ਦੀ ਕਰੋ ਜਿਹੜੀ ਅਨਹੋਣੀ ਹੋਵੇ, ਕਦੇ ਹੋਈ ਨਾ ਹੋਵੇ। ਜਿਹੜੀ ਘਟਨਾ ਕਦੇ ਘਟੀ ਨਹੀਂ, ਪਿੱਛੇ ਵੀ ਨਹੀਂ ਘਟੀ ਤੇ ਗਾਂਹ ਵੀ ਨਹੀਂ ਘਟਣੀ, ਉਸ ਗੱਲ ਦੀ ਤਾਂ ਚਿੰਤਾ ਕੀਤੀ ਜਾਵੇ ਨਾ। ਤੇ ਜਿਹੜੀ ਹੋਣੀ ਹੈ, ਹੋ ਕੇ ਰਹਿਣੀ ਹੈ, ਉਹਦੀ ਚਿੰਤਾ ਕਾਹਦੀ?
महाराज जी ने गल ही निबेड़ दी कि ये जरा संसार है ना, संसार का मार्ग है, इत्थे कोई थिर नहीं रह सकता। भी ये सदा वास्ते नहीं कोई इत्थे रहन वास्ते आया। फिर ता महाराज जी उत्थे उत्तर देंदे चेता है एक तही सुख होए, भी एक नूं चेते कर। एक कौन? जिहड़ा सदा रहन वाला परमेश्वर है। फिर उन्होंने परमेश्वर है कित्थे? परमेश्वर है कित्थे? उन्होंने चेते किवें करना? ये भी ढंग सानूं गुरबाणी दसदी है। महाराज जी कहंदे तैनूं परिवार छड्ड के जंगलां विच जाण दी लोड़ नहीं। तू घर बैठ के अपने परिवार विच बैठ के भी उहदा चिंतन कर सकदा उस परमेश्वर दा। उन्होंने चेते रखेगा तेरी जिंदगी सुखा नाल भर जाएगी। उन्होंने चेते करन दा ढंग की है? क्योंकि मनुख नूं चिंतावां ही बहुत सताउंदियां ना। गुरु तेग बहादुर जी महाराज जी का एक बचन है कि महाराज कहते तू अपने नेड़े हो, अपने जिन्ना तू अंदर जाएगा ना, नेड़े होवेगा, तेनू फिर पता लगेगा कि वो रब जिहदे बारे तू सोचदा किते बाहर बैठा होवेगा, दूर होवेगा किते, वो तेरे नेड़े है। भगत रविदास जी का शब्द भी कई बार आप पढ़ते सुनते, कह रविदास हाथ पै नेरा सहजे होए सो होई, कि परमात्मा इन्ना नेड़े है, साढ़े हत्थां ते पैरां नालों भी नेड़े है रब। देखो हुण हत्थां ते पैरां नालों भी कोई नेड़े चीज़ हो सकती है, वो की है? जे नेड़े है तो वो परमेश्वर है, वाहिगुरू है वो। तो महाराज जी कहते होया नेड़े काहे रे बन खोजन जाई। गुरु तेग बहादुर जी महाराज का बचन, काहे रे बन खोजन जाए, कि क्यों तू जंगलों के जो विद्वानां ने ये अर्थ किए कि क्यों तू जंगलों के भालदा फिरदा। पर नाल ये भी गल है कि जंगल विच रब है ही नहीं, क्योंकि गुरबाणी दा कहंदी है घट घट मैं हर जू बसै संतन कहो पुकार। जंगल विच भी रब हैगा, ये नहीं कि जे उत्थे दरख्त है जंगल है उन्हां च रब है नहीं, रब हर जगह है। पर महाराज कहते तू उन्होंने लभण वास्ते तुर पिया, वो तेरे अंदर है, तू अंदर वेख। जो तू अपने अंदर उन्होंने वेख लवेंगा तेनों हर थां दे उत्ते दिसेगा। पर रब नूं खोजण वास्ते कुछ बन के ना जाई, बस बन के ना कुछ जाई। बन का मतलब कि अपनी मैं ना लैके जाई कि मैं लभण चलिया रब नूं, भी मैं सन्यासी बन गया, मैं त्यागी बन गया, मैं ज्ञानी बन गया, मैं खोज कर लवांगा रब दी। हुण बन के ना कुछ जाई। आप कई बार कह देने ना, आम ही शब्द बोलिया जाता तू की बनया फिरदा, भाव हौमे विच ना जाई। काहे रे बन खोजन जाई, जे रब नूं खोजना तो बन के ना जाई, कुछ अपने आप नूं मिटा के जाई। मिटाउणा की है इत्थे? अपनी हौमे नूं, अपने हंकार नूं। ते वो मिटेगा किवें? वो हौमे हंकार मिटना किवें आ? काहदे नाल मिटदा? किहड़ी गल है जिहदे नाल मिटदा? तो महाराज जी कहते जो तू परमेश्वर नूं नेड़े जानेगा ना, भी रब ही है एक मेरे नेड़े, सर्ब निवासी सदा अलेपा तो ही संग समाई। भी सारिया थावां ते आ, वो सर्ब निवासी हर थां दे उत्ते आ। किहड़ी जगह जिथे नहीं? वो जंगल विच भी है। जल थल महियल पूरिया स्वामी सिरजनहार, अणक भात होए पसरिया नानक एक अंकार होई। हर जगह के उत्ते आ परमेश्वर। पर महाराज जी कहते वो तेरे अंदर भी है, सर्ब निवासी सदा अलेपा, पर अलेप है, संसार विच लपाएमान नहीं हुंदा। वो तो ही संग समाई, तेरे अंदर भी उही समाया होया। फिर महाराज जी कहते कि वो है किवें? फिर उत्थे महाराज जी ने दो उदाहरणां दित्तियां ने, एक शीशे की उदाहरण दित्ती है, एक फुੱਲ की उदाहरण दित्ती। पोहप मद जो बास बसता है मुकर माहे जैसे छाई। भी कहते जिवें फुੱਲ है ना, फुੱਲ विच वासना वा, सुगंधी है। सुगंधी हुण दिसदी तां नहीं ना, फुੱਲ दे जो सुगंधी तां है पर दिस नहीं रही वो, पर प्रभावित कर रही है। वो सुगंधी आउंदी है, किसी फुੱਲਾਂ ਦੇ ਕੋਲੋਂ ਆਪਾਂ ਲੰਘੀਏ वो सानू प्रभावित करती है, साडे ते सुगंधी का असर हुंदा। ਇਹਦਾ मतलब है जे अखां नाल नहीं दिसदी पई पर है तो जरूर है ना। वो महाराज कहते इस तरह ही वो वाहिगुरू परमात्मा जिहड़ा है वो तेरे अंदर समाया है। मुकर माहे जैसे छाई, मुकर शीशे नूं कहंदे, जिवें शीशे दे विच आपां अपना अक्स वेखदे आ, शीशे नूं वेखदे, शीशे विच तां नहीं कुछ हुंदा, पर जो शीशे दे मूहरे आ दिंदा। महाराज जी कहंदे इस तरह ही वो वाहिगुरू परमात्मा दिसदा नहीं है पर साडे अंदर है।
ਉਹਦੀ ਖੋਜ ਕਰ। ਤੇ ਉਹਦੀ ਖੋਜ ਕਰਨ ਵਾਸਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਅਖੀਰਲੀਆਂ ਪੰਕਤੀਆਂ ਵਿੱਚ ਇਹ ਗੱਲ ਕਹਿ ਦਿੱਤੀ ਮਹਾਰਾਜ ਜੀ ਨੇ ਵੀ ਉਹਦੀ ਖੋਜ ਕਿਵੇਂ ਹੁੰਦੀ ਹੈ, ਗਿਆਨ ਦਾ ਸਿਖਰ ਕੀ ਹੈ, ਗਿਆਨ ਦੀ ਪ੍ਰਾਪਤੀ ਕੀ ਹੈ। ਮਹਾਰਾਜ ਜੀ ਕਹਿੰਦੇ ਜੇ ਤੂੰ ਮਿਲਣਾ ਨਾ ਪਰਮਾਤਮਾ ਨੂੰ, ਜਿੰਨਾ ਚਿਰ ਤੂੰ ਆਪਾ ਨਹੀਂ ਚੀਨਦਾ, ਆਪੇ ਨੂੰ ਨਹੀਂ ਚੀਨਦਾ, ਉਹਨਾਂ ਚਿਰ ਤੇਰੇ ਅੰਦਰੋਂ ਭਰਮ ਦੀ ਕਾਈ ਜਿਹੜੀ ਉਹ ਦੂਰ ਨਹੀਂ ਹੋਣੀ। ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਵੀ ਭਰਮ ਜਿਹੜਾ ਤੇਰੇ ਅੰਦਰ ਪਿਆ ਹੋਇਆ ਨਾ, ਸੰਸਾਰ ਦੀਆਂ ਚੀਜ਼ਾਂ ਨੂੰ ਲੈ ਕੇ ਤੂੰ ਚਿੰਤਾਤੁਰ ਹੋ ਗਿਆ, ਦੁਖੀ ਹੋ ਗਿਆ ਉਹਦੇ ਕਰਕੇ। ਮਹਾਰਾਜ ਕਹਿੰਦੇ ਜਿੰਨਾ ਚਿਰ ਤੂੰ ਆਪਣੀ ਪੜਚੋਲ ਨਹੀਂ ਕਰਦਾ ਨਾ, ਆਪੇ ਦੀ ਆਪ ਨੂੰ ਨਹੀਂ ਵੇਖਦਾ, ਉਹਨਾਂ ਚਿਰ ਤੂੰ ਸੁਖੀ ਨਹੀਂ ਹੋ ਸਕਦਾ। ਉਹ ਵਾਹਿਗੁਰੂ ਤੈਨੂੰ ਆਪਣੇ ਅੰਦਰੋਂ ਲੱਭਣਾ। ਕਹਿਣ ਨੂੰ ਤਾਂ ਸਾਰੀ ਹੁਣ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰੀ ਜਾਂਦੇ। ਮਹਾਰਾਜ ਕਹਿੰਦੇ ਬਾਣੀ 'ਚ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਪਰ ਜਿਸ ਰਾਮ ਦੀ, ਜਿਸ ਵਾਹਿਗੁਰੂ ਦੀ, ਜਿਸ ਅੱਲਾ ਦੀ ਗੱਲ ਕਰਦੀ ਹੈ ਗੁਰਬਾਣੀ ਜਾਂ ਧਾਰਮਿਕ ਗ੍ਰੰਥ ਕਰਦੇ ਆ, ਉਹਨੂੰ ਕਦੇ ਅਸੀਂ ਨੇੜੇ ਹੋ ਕੇ ਦੇਖਿਆ ਵੀ ਹੈ ਕਿਵੇਂ? ਉਹਨੂੰ ਯਾਦ ਤਾਂ ਕਰ ਲਿਆ ਸੀ, ਜ਼ੁਬਾਨ ਨਾਲ ਜਪ ਲਿਆ, ਪਰ ਉਹਨੂੰ ਕਦੇ ਮਹਿਸੂਸ ਵੀ ਕੀਤਾ ਵੀ ਹਰ ਥਾਂ ਦੇ ਉੱਤੇ ਆ, ਉਹ ਮੇਰੇ ਅੰਦਰ ਵੀ ਆ, ਬਾਹਰ ਵੀ ਆ। ਤੇ ਉਹਨੂੰ ਹੀ ਮਹਾਰਾਜ ਜੀ ਚੇਤੇ ਕਰਾਉਣ ਵਾਸਤੇ ਗੁਰਬਾਣੀ ਵਿੱਚ ਥਾਂ ਪਰ ਥਾਂ ਉਪਦੇਸ਼ ਦਿੱਤਾ ਮਹਾਰਾਜ ਜੀ ਨੇ ਵੀ ਜੇ ਤੂੰ ਉਹਨੂੰ ਚੇਤੇ ਕਰੇਗਾ ਨਾ, 1 ਘੰਟਾ ਹੀ ਜ਼ਿੰਦਗੀ ਦਾ ਕੱਢ ਲਵੇਂ, 24 ਘੰਟਿਆਂ ਦੇ ਵਿੱਚੋਂ ਤੇਰਾ ਜੀਵਨ ਸਫਲ ਹੋ ਸਕਦਾ। ਜੋ ਪ੍ਰਯੋਜਨ ਤੈਨੂੰ ਮਿਲਿਆ ਭਈ ਪ੍ਰਾਪਤ ਮਾਨੁਖ ਦੇਹੁਰੀਆ ਦਾ, ਉਹ ਤੇਰਾ ਪ੍ਰਯੋਜਨ ਜਿਹੜਾ ਨਾ ਉਹ ਪੂਰਾ ਹੋ ਜਾਵੇਗਾ। ਕਿਉਂਕਿ ਜਦੋਂ ਤੂੰ 1 ਘੰਟਾ ਕਰਨ ਲੱਗ ਪਿਆ, ਤੈਨੂੰ ਸਮਝ ਆ ਗਈ, ਲਗਾਤਾਰ ਤੂੰ ਕੀਤਾ 1 ਘੰਟਾ, ਰੋਜ਼ ਉਹਨੂੰ ਚੇਤੇ ਕੀਤਾ ਉਸ ਤਰੀਕੇ ਨਾਲ। ਉਹ ਤਰੀਕਾ ਕਿਹੜਾ? ਹੁਣ ਉਹ ਤਰੀਕਾ ਆਪਣੇ ਅੰਦਰ ਵੇਖਣਾ ਵਾਹਿਗੁਰੂ ਨੂੰ, ਕਿ ਉਹ ਮੇਰਾ ਜਿਹੜਾ ਅਸਲੀ ਸਰੂਪ ਹੈ, ਜਿਹਨੂੰ ਮਹਾਰਾਜ ਕਹਿੰਦੇ ਆ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੇ ਸੁਖੀ ਹੋਣਾ ਨਾ ਅਸੀਂ, ਤਾਂ ਸਾਨੂੰ ਆਪਣੇ ਮੂਲ ਦੀ ਪਛਾਣ ਜ਼ਰੂਰ ਕਰਨੀ ਪਵੇਗੀ, ਫਿਰ ਸੁਖੀ ਹੋਵਾਂਗੇ। ਇਕੱਲਾ ਰਾਮ ਰਾਮ ਕਹਿਣ ਨਾਲ ਨਹੀਂ, ਜੋ ਗੁਰਬਾਣੀ ਕਹਿੰਦੇ ਉਹਨੂੰ ਕਮਾਈਏ। ਜੇ ਰਾਮ ਦਾ ਅਰਥ ਕੀ ਹੈ? ਰਮੰਤੀ ਰਾਮਾ, ਹਰ ਥਾਂ 'ਤੇ ਰਮਿਆ ਹੋਇਆ। ਕਿ ਰਾਮ ਰਾਮ ਕਹਿਣ ਨਾਲ ਅਸੀਂ ਉਹਨੂੰ ਮਹਿਸੂਸ ਕਰ ਲਿਆ ਕਿ ਹਰ ਥਾਂ ਦੇ ਉੱਤੇ ਹੈ ਵਾਹਿਗੁਰੂ, ਉਹ ਸਦਾ ਰਹਿਣ ਵਾਲਾ, ਉਹਦੇ 'ਚ ਕਦੇ ਕੋਈ ਬਦਲਾਵ ਨਹੀਂ ਆਉਂਦਾ। ਇਤਿਹਾਸ ਦੇ ਵਿੱਚੋਂ ਆਪਾਂ ਇੱਕ ਸਾਖੀ ਲਈਏ ਸਮਝਣ ਵਾਸਤੇ ਕਿ ਉਹਦਾ ਆਪਾਂ ਕਿਵੇਂ ਚੀਨਣਾ, ਉਹਨੂੰ ਕਿਵੇਂ ਅਸੀਂ ਆਪਣੇ ਅੰਦਰ ਵੇਖਣਾ। ਨਾਨਕ ਪ੍ਰਕਾਸ਼ ਗ੍ਰੰਥ ਹੈ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਜੀਵਨ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਉੱਤੇ ਸਭ ਤੋਂ ਪਹਿਲਾਂ ਸ਼ਰਧਾ ਭਾਵਨਾ ਜਿਹਦੀ ਬਣੀ, ਉਹ ਰਾਏ ਭੋਏ ਦੀ ਤਲਵੰਡੀ ਦਾ ਮਾਲਕ ਹੈ ਰਾਏ ਬੁਲਾਰ। ਭਾਵੇਂ ਰਾਏ ਬੁਲਾਰ ਮੁਸਲਮਾਨ ਹੈ, ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਖੁਦਾ ਦਾ ਭੇਜਿਆ ਹੋਇਆ ਜਾਂ ਖੁਦਾ ਕਰਕੇ ਮੰਨਦਾ। ਉਹਦੀ ਸ਼ਰਧਾ ਹੈ ਮਹਾਰਾਜ ਦੇ ਉੱਤੇ। ਕਿਉਂਕਿ ਸਾਡੇ ਧਾਰਮਿਕ ਗ੍ਰੰਥ ਇਹ ਕਹਿੰਦੇ ਆ ਕਿ ਸ਼ਰਧਾ ਤੋਂ ਬਿਨਾਂ ਧਰਮ ਦਾ ਜਨਮ ਨਹੀਂ ਹੁੰਦਾ। ਜੇ ਕਿਸੇ ਬੰਦੇ ਨੇ ਧਰਮੀ ਬਣਨਾ ਨਾ, ਧਰਮ ਕਮਾਉਣਾ, ਉਹਦੇ ਅੰਦਰ ਪਹਿਲਾਂ ਸ਼ਰਧਾ ਹੋਣੀ ਜ਼ਰੂਰੀ ਹੈ। ਸ਼ਰਧਾ ਜੜ ਕਿਹਾ ਗਿਆ। ਅਤੇ ਇਹ ਵੀ ਗ੍ਰੰਥ ਇਹ ਵੀ ਗੱਲ ਕਹਿੰਦੇ, ਜੇ ਕਿਸੇ ਨੇ ਗਿਆਨ ਦੀ ਪ੍ਰਾਪਤੀ ਕਰਨੀ ਹੈ, ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ, ਸ਼ਰਧਾਵਾਨੰ ਲਭਤੇ ਗਿਆਨੰ। ਵੀ ਸ਼ਰਧਾਵਾਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਜਿਹੜੇ ਤਰਕ ਕੁਤਰਕ ਕਰਨ ਵਾਲੇ ਉਹਨਾਂ ਨੂੰ ਨਹੀਂ ਹੁੰਦੀ। ਸ਼ਰਧਾ ਵਾਲਿਆਂ ਨੂੰ ਗਿਆਨ ਲੱਭਦਾ। ਅਤੇ ਰਾਏ ਬੁਲਾਰ ਦੀ ਸ਼ਰਧਾ ਬਣੀ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਉੱਤੇ। ਆਪ ਨੇ ਉਹ ਸਾਖੀਆਂ ਬੜੀ ਵਾਰ ਸੁਣੀਆਂ। ਛਾਂ ਕੀਤੀ ਮਹਾਰਾਜ ਜੀ ਦੇ ਸਿਰ ਦੇ ਉੱਤੇ, ਸਾਰੇ ਸਰੀਰ ਦੇ ਉੱਤੇ, ਅਤੇ ਉਹਦੇ ਅੰਦਰ ਭਾਵਨਾ ਆਈ ਕਿ ਇਹ ਬੱਚਾ ਕੋਈ ਅੱਲਾ ਦਾ ਭੇਜਿਆ ਹੋਇਆ ਨੂਰ ਹੈ। ਉਹਨੇ ਨਮਸਕਾਰ ਕੀਤੀ ਮਹਾਰਾਜ ਜੀ ਨੂੰ। ਦੂਸਰੀ ਘਟਨਾ ਉਹਨੇ ਦੇਖੀ ਕਿ ਸਾਰੇ ਦਰਖਤਾਂ ਦੀ ਛਾਂ ਫਿਰ ਗਈ, ਪਰ ਜਿਸ ਦਰਖਤ ਥੱਲੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਆਰਾਮ ਕਰ ਰਹੇ ਸਨ, ਬਿਰਾਜਮਾਨ ਸਨ, ਉਹਦੀ ਛਾਂ ਨਹੀਂ ਫਿਰੀ, ਪਰਛਾਵਾਂ ਨਹੀਂ ਢਲਿਆ। ਉਹਦੀ ਭਾਵਨਾ ਹੋਰ ਵੱਧ ਗਈ। ਅਤੇ ਹੁਣ ਉਹ ਸਮਾਂ ਆਇਆ ਮਹਾਰਾਜ ਦੇ ਉੱਤੇ ਉਹਦੀ ਭਾਵਨਾ ਇੱਥੋਂ ਤੱਕ ਕਿ ਉਹਨੇ ਇਹ ਗੱਲ ਵੀ ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪਿਤਾ ਜੀ ਨੂੰ ਕਹਿ ਦਿੱਤੀ ਸੀ
ਬਾਬਾ ਕਾਲੂ ਜੀ, ਬਾਬਾ ਕਲਿਆਣ ਚੰਦ ਜੀ ਵੀ ਉਹਨਾਂ ਦਾ ਨਾਂ ਲਿਖਿਆ ਵੀ ਉਹਨਾਂ ਨੂੰ ਬੁਲਾ ਕੇ ਗੱਲ ਕਹਿ ਦਿੱਤੀ ਸੀ ਕਿ ਜੇ ਤੂੰ 20 ਰੁਪਈਆਂ ਵਾਸਤੇ ਨੂੰ ਕਿਉਂ ਚਪੇੜਾਂ ਮਾਰੀਆਂ, ਜੇ ਅੱਜ ਤੋਂ ਬਾਅਦ ਇਹ ਕੋਈ ਨੁਕਸਾਨ ਕਰ ਦਵੇ, ਜਿੰਨਾ ਵੀ ਇਹ ਨੁਕਸਾਨ ਕਰੇ ਉਹ ਤੋਂ ਵੱਧ ਪੈਸੇ ਮੇਰੇ ਕੋਲੋਂ ਲੈ ਲਈ, ਪਰ ਇਹਨੂੰ ਤੂੰ ਕੁਝ ਨਹੀਂ ਕਹਿਣਾ। ਰਾਏ ਬੁਲਾਰ ਨੂੰ ਪਿਤਾ ਜੀ ਕਹਿੰਦੇ ਆ, ਮਹਿਤਾ ਜੀ ਕਹਿੰਦੇ ਆ, ਤੂੰ ਇੰਨੀ ਭਾਵਨਾ ਇਹਦੇ 'ਤੇ ਕਿਉਂ ਰੱਖਦਾ, ਇਹ ਤਾਂ ਜਦੋਂ ਦਾ ਜੰਮਿਆ ਇਹ ਘਰ ਦਾ ਉਜਾੜੂ ਹੈ। ਪਰ ਰਾਏ ਬੁਲਾਰ ਕਹਿੰਦਾ ਨਹੀਂ ਮਹਿਤਾ ਜੀ, ਤੁਹਾਨੂੰ ਨਹੀਂ ਪਤਾ, ਤੁਹਾਨੂੰ ਨਹੀਂ ਇਸ ਗੱਲ ਦਾ ਪਤਾ, ਅੱਜ ਜਿਹੜੀ ਮੇਰੀ ਤਲਵੰਡੀ ਹੈ ਵੱਸਦੀ ਹੋਈ ਇਹਦੇ ਕਰਕੇ। ਤਾਂ ਹੀ ਉਸ ਤਲਵੰਡੀ ਰਾਏ ਭੋਏ ਦੀ ਤਲਵੰਡੀ ਦਾ ਨਾਂ ਨਨਕਾਣਾ ਸਾਹਿਬ ਹੋਇਆ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਂ ਦੇ ਉੱਤੇ। ਕਿ ਰਾਏ ਬੁਲਾਰ ਨੇ ਕਹਿ ਦਿੱਤਾ ਸੀ ਇਹ ਸਾਡੇ ਵੱਡੇ ਵਡੇਰਿਆਂ ਦੀ ਨਹੀਂ, ਇਹ ਗੁਰੂ ਨਾਨਕ ਸਾਹਿਬ ਦੀ ਹੈ, ਇਹ ਗੁਰੂ ਨਾਨਕ ਸਾਹਿਬ ਦੀ ਹੈ। ਇੰਨਾ ਪਿਆਰ ਸੀ ਉਹਦੇ ਅੰਦਰ, ਇੰਨੀ ਭਾਵਨਾ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਉੱਤੇ। ਤੇ ਦਾਸ ਜੋ ਬੇਨਤੀ ਕਰ ਰਿਹਾ ਕਿ ਦੇਖਿਓ ਉਹ ਰਾਏ ਬੁਲਾਰ ਜਦੋਂ ਹੁਣ ਬਜ਼ੁਰਗ ਹੋ ਚੁੱਕਾ ਬਹੁਤ ਜ਼ਿਆਦਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਚਾਰ ਕਰ ਰਹੇ, ਤੇ ਸਤਿਗੁਰੂ ਜੀ ਜਦੋਂ ਰਾਏ ਭੋਏ ਦੀ ਤਲਵੰਡੀ ਵਾਪਸ ਆਇਆ ਨਾ, ਤਾਂ ਰਾਏ ਬੁਲਾਰ ਨੂੰ ਜ਼ਰੂਰ ਮਿਲਦੇ ਸੀ ਮਹਾਰਾਜ। ਤੇ ਹੁਣ ਜਦੋਂ ਰਾਏ ਬੁਲਾਰ ਨੂੰ ਮਿਲੇ ਆ, ਤੇ ਰਾਏ ਬੁਲਾਰ ਨੇ ਮਹਾਰਾਜ ਜੀ ਨੂੰ ਕਿਹਾ ਕਿ ਮਹਾਰਾਜ ਜੀ ਮੇਰੀ ਉਮਰ ਬਤੀਤ ਹੋ ਚੁੱਕੀ ਹੈ, ਪਤਾ ਨਹੀਂ ਕਦੋਂ ਸਵਾਸ ਖਤਮ ਹੋ ਜਾਣ। ਤੇ ਜਿਹੜਾ ਵਿਦਵਾਨਾਂ ਦੇ ਕੋਲੋਂ ਸੁਣਿਆ ਕਿ ਜਿੰਨਾ ਚਿਰ ਮਨੁੱਖ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਉਹਨਾਂ ਚਿਰ ਇਹ ਮਨੁੱਖ ਜਿਹੜਾ ਆਪਣੇ ਸਰੂਪ ਨੂੰ ਪਛਾਣ ਨਹੀਂ ਸਕਦਾ। ਵੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਵੀ ਉਹ ਸਰੂਪ ਨੂੰ ਪਛਾਣ ਨਹੀਂ ਸਕਦਾ ਜਿੰਨਾ ਚਿਰ ਇਹਦੇ ਅੰਦਰ ਅਗਿਆਨਤਾ ਦਾ ਹਨੇਰਾ। ਪਰ ਮਹਾਰਾਜ ਜੀ ਮੈਂ ਵਿਦਵਾਨਾਂ ਕੋਲੋਂ ਇਹ ਵੀ ਸੁਣਿਆ ਕਿ ਅਗਿਆਨਤਾ ਦੇ ਹਨੇਰੇ ਨੂੰ ਬਹੁਤ ਵੱਡਾ ਹਨੇਰਾ ਮੰਨਿਆ ਗਿਆ। ਪਰ ਮਹਾਰਾਜ ਜੀ ਤੁਸੀਂ ਮੇਰੇ 'ਤੇ ਕਿਰਪਾ ਕਰੋ, ਮੈਂ ਆਪਣੇ ਮੂਲ ਨੂੰ ਪਛਾਣ ਸਕਾਂ, ਮੈਂ ਆਪਣੇ ਸਰੂਪ ਨੂੰ ਪਛਾਣ ਸਕਾਂ, ਵੀ ਮੇਰਾ ਅਸਲੀ ਸਰੂਪ ਕੀ ਹੈ, ਮੈਨੂੰ ਉਹ ਵਿਖਾਓ। ਮਹਾਰਾਜ ਜੀ ਕਹਿੰਦੇ ਠੀਕ ਹੈ। ਉਹਦੀਆਂ ਬੇਨਤੀਆਂ ਅੰਦਰੋਂ ਸੀ ਨਾ, ਤੇ ਮਹਾਰਾਜ ਜੀ ਨੇ ਉਹਨੂੰ ਗਿਆਨ ਕਰਾਉਣ ਵਾਸਤੇ ਆਪਣੇ ਮੂਲ ਦਾ, ਜਿਵੇਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਆਪਾ ਚੀਨਣਾ, ਆਪਣੇ ਆਪ ਨੂੰ ਦੇਖਣਾ। ਅੱਜ ਦੇਖਿਓ ਦੁਨੀਆ ਦੇ ਅੰਦਰ ਕੀ ਹੈ ਕਿ ਆਪਾਂ ਦੂਸਰੇ ਨੂੰ ਦੇਖਦੇ ਹਾਂ, ਕੀ ਕਰਦਾ ਇਹ, ਕਿੱਥੇ ਖੜਾ ਹੈ, ਪਰ ਅਸੀਂ ਆਪਣੇ ਆਪ ਨੂੰ ਨਹੀਂ ਦੇਖਦੇ ਅਸੀਂ ਕਿੱਥੇ ਖੜੇ ਹਾਂ। ਅੰਦਰ ਨਹੀਂ ਦੇਖਦੇ, ਝਾਕਦੇ ਵੀ ਸਾਡੇ ਅੰਦਰ ਕੀ ਹੈ। ਦੂਸਰੇ ਤੱਕ, ਕਿਉਂਕਿ ਅੱਜ ਤੱਕ ਜੋ ਵੀ ਪ੍ਰਾਪਤ ਹੋਇਆ ਮਨੁੱਖ ਨੂੰ ਬਾਹਰ ਹੀ ਦੇਖਿਆ, ਜਦੋਂ ਦਾ ਜਨਮ ਲਿਆ ਅੱਖਾਂ ਬਾਹਰ ਹੀ ਦੇਖਦੀਆਂ ਤੇ ਬਾਹਰ ਹੀ ਤੁਰੇ ਫਿਰਦੇ ਹਾਂ ਅਸੀਂ, ਅੰਦਰ ਨਹੀਂ ਆਪਣੇ ਦੇਖਦੇ, ਕਿਉਂਕਿ ਅੱਖਾਂ ਅੰਦਰ ਦੇਖ ਹੀ ਨਹੀਂ ਸਕਦੀਆਂ। ਇਹਨਾਂ ਅੱਖਾਂ ਨਾਲ ਕਿਵੇਂ ਅੰਦਰ ਦੇਖਿਆ ਜਾ ਸਕਦਾ? ਉਹ ਤਾਂ ਗਿਆਨ ਦੇ ਚਕਸ਼ੂ ਹੈ ਨਾ, ਨੇਤਰ ਹੈ ਗਿਆਨ ਦੇ। ਮਹਾਰਾਜ ਕਹਿੰਦੇ ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸੁਖਮਨੀ ਸਾਹਿਬ ਦੇ ਅੰਦਰ ਆਪਾਂ ਪੜ੍ਹਦੇ ਸੁਣਦੇ ਹਾਂ ਵੀ ਗਿਆਨ ਦੇ ਨੇਤਰ, ਗਿਆਨ ਦਾ ਸੁਰਮਾ ਪੈ ਜਾਂਦਾ, ਫਿਰ ਉਹ ਚਕਸ਼ੂ, ਉਹ ਨੇਤਰ ਖੁੱਲ੍ਹਦੇ ਆ ਅੰਦਰ, ਗੁਰੂ ਦੇ ਵੱਲੋਂ ਇਹ ਬਖਸ਼ਿਸ਼ ਹੁੰਦੀ ਹੈ। ਹੁਣ ਰਾਏ ਬੁਲਾਰ ਵਡਭਾਗਾ ਵਾ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਹੋਏ, ਤੇ ਮਹਾਰਾਜ ਜੀ ਹੁਣ ਉਹਨੂੰ ਸਰੂਪ ਦਾ ਗਿਆਨ ਕਰਵਾਉਣ ਲੱਗੇ ਆ। ਜਦੋਂ ਉਹਨੇ ਬੇਨਤੀ ਕੀਤੀ, ਮਹਾਰਾਜ ਉਹਨੂੰ ਪੁੱਛਦੇ, ਮਹਾਰਾਜ ਕਹਿੰਦੇ ਤੇਰੀ ਹੰਗਤਾ, ਤੇਰੀ ਮੈਂ ਕਿੱਥੇ, ਦੱਸ ਤੂੰ ਕੀ ਆ? ਕਹਿਣ ਲੱਗਾ ਮਹਾਰਾਜ ਜੀ ਮੈਂ ਬੁੱਢਾ ਹੋ ਗਿਆ, ਮੇਰਾ ਸਰੀਰ ਬੁੱਢਾ ਹੋ ਗਿਆ, ਕੇਸ ਚਿੱਟੇ ਹੋ ਗਏ ਆ, ਸਰੀਰ ਦੀ ਚਮੜੀ ਢਿੱਲੀ ਪੈ ਗਈ ਆ, ਮੇਰੇ ਪੁੱਤਰ ਹੈ, ਪੋਤਰੇ ਹੈ, ਪਰਿਵਾਰ ਹੈ, ਸੰਬੰਧੀ ਹੈ, ਤੇ ਮੇਰਾ ਨਾਂ ਰਾਏ ਬੁਲਾਰ ਹੈ, ਮੈਂ ਇਸ ਧਰਤੀ ਦਾ ਮਾਲਕ ਹਾਂ, ਇੱਥੋਂ ਦਾ ਮੈਂ ਰਾਜਾ ਵਾਂ। ਇਹਦੇ ਵਿੱਚ ਕਹਿੰਦਾ ਮਹਾਰਾਜ ਜੀ ਮੈਂ ਆਪਣੀ ਜਿਹੜੀ ਹੰਗਤਾ ਰੱਖੀ ਹੋਈ ਹੈ ਵੀ ਮੈਂ ਆਏ ਸਭ ਕੁਝ। ਮਹਾਰਾਜ ਜੀ ਉਹਨੂੰ ਕਹਿੰਦੇ ਰਾਏ ਬੁਲਾਰ ਇਹ ਤੂੰ ਨਹੀਂ, ਇਹ ਤੇਰਾ ਅਸਲੀ ਸਰੂਪ ਨਹੀਂ ਗਾ। ਵੀ ਰਾਏ ਬੁਲਾਰ ਤਾਂ ਤੇਰਾ ਨਾਂ ਰੱਖਦਾ ਤੇਰੇ ਮਾਤਾ ਪਿਤਾ ਨੇ, ਜਦੋਂ ਤੂੰ ਸੰਸਾਰ 'ਚ ਆਇਆ ਸੀ ਉਦੋਂ ਤੇਰਾ ਕੋਈ ਨਾਂ ਸੀ? ਇਹ ਤਾਂ ਤੈਨੂੰ ਬਾਹਰੋਂ ਮਿਲਿਆ ਨਾ, ਇਹ ਨਾਂ ਤੈਨੂੰ ਬਾਹਰੋਂ ਮਿਲਿਆ। ਵਧਣਾ ਘਟਣਾ ਇਹ ਪੈਦਾ ਹੁੰਦਾ, ਬਚਪਨ ਆਇਆ, ਜਵਾਨੀ ਆਈ, ਬੁਢੇਪਾ, ਇਹ ਸਰੀਰ ਦਾ ਧਰਮ ਹੈ। ਜਿਹੜੇ ਸੰਬੰਧੀ ਆ ਤੇਰੇ,
ਉਹ ਜਦੋਂ ਇਹ ਖਤਮ ਹੋ ਜਾਂਦਾ ਇਹਦੇ ਵਿੱਚ ਜੋ ਹੈ ਤੇ ਉਹ ਤੱਕ ਦਾ ਹੀ ਸੰਬੰਧ ਹੈ। ਫਿਰ ਤੂੰ ਸਰੀਰ ਦੀ ਗੱਲ ਕਰਦਾ, ਜਿਹੜੇ 5 ਤੱਤ ਹੈ, ਪਾਣੀ ਹੈ, ਅੱਗ ਹੈ, ਹਵਾ, ਇਹ ਜੜ ਹੈ। ਜੜ ਚੀਜ਼ਾਂ ਜਿਹੜੀਆਂ ਨੇ ਉਹ ਆਪਣਾ ਸਰੂਪ ਨਹੀਂ ਹੋ ਸਕਦੀਆਂ, ਕਿਉਂਕਿ ਜਿਹੜਾ ਅਸਲੀ ਸਰੂਪ ਜਿਹੜਾ ਉਹ ਚੇਤਨ ਹੈ, ਜੜ ਨਹੀਂ ਹੈਗਾ ਉਹ। ਮਹਾਰਾਜ ਦੇ ਹੁਣ ਦੇਖੋ ਗਿਆਨ ਕਰਾਉਣਾ ਸੀ, ਮਹਾਰਾਜ ਨੇ ਉਹਦਾ ਅੰਦਰ ਪਹਿਲਾਂ ਸ਼ੁੱਧ ਹੋ ਚੁੱਕਾ ਸੀ, ਕਿਉਂਕਿ ਮਹਾਰਾਜ ਦੇ ਉੱਤੇ ਸ਼ਰਧਾ ਸੀਗੀ, ਵਿਸ਼ਵਾਸ ਸੀ। ਜੋ ਮਹਾਰਾਜ ਬਚਨ ਕਹਿੰਦੇ ਉਹਦੇ ਅੰਦਰ ਘਰ ਕਰੀ ਗਿਆ। ਅਤੇ ਜੇ ਅਸੀਂ ਵੀ ਆਪਾਂ ਚੀਨਣਾ ਤੇ ਗੱਲ ਨੂੰ ਜਾਣਨਾ ਪਵੇਗਾ ਕਿ ਸਰੀਰ ਦਾ ਧਰਮ ਹੈ, ਦੁੱਖ ਸੁੱਖ, ਬਚਪਨ, ਬੁਢੇਪਾ, ਜਵਾਨੀ, ਇਹ ਜੜ ਚੀਜ਼ ਹੈ। ਜਿੱਦਣ ਇਹਦਾ ਇਹ 'ਚੋਂ ਜੋਤ ਨਿਕਲ ਗਈ ਉਦਣ ਰਿਸ਼ਤੇਦਾਰਾਂ, ਦੋਸਤ ਮਿੱਤਰਾਂ ਨੇ ਵੀ ਇਹਨੂੰ ਸਾੜ ਦੇਣਾ। ਇਹ ਤਾਂ ਸਦਾ ਰਹਿਣ ਵਾਲਾ ਨਹੀਂ, ਇਹਦੇ ਨਾਲ ਜੁੜੇ ਹੋਏ ਹਾਂ ਅਸੀਂ। ਇਹ ਜਾਣਨਾ ਕਿ ਸਦਾ ਰਹਿਣ ਵਾਲਾ ਨਹੀਂ, ਫਿਰ ਲੱਭੀਏ ਸਦਾ ਰਹਿਣ ਵਾਲੀ ਚੀਜ਼ ਕਿਹੜੀ ਹੈ। ਫਿਰ ਰਾਏ ਬੁਲਾਰ ਨੂੰ ਗਿਆਨ ਹੋਇਆ ਜੇ ਮੇਰਾ ਸਰੀਰ ਨਹੀਂ ਗਾ ਸੰਬੰਧੀ ਨਹੀਂ, ਫਿਰ ਮੈਂ ਆਪਣੀਆਂ ਇੰਦਰੀਆਂ ਨੂੰ, ਜਿਹੜੇ ਸਾਡੇ ਇੰਦਰੇ ਆ, 5 ਗਿਆਨ ਇੰਦਰੇ, 5 ਕਰਮ ਇੰਦਰੇ, ਅੱਖਾਂ, ਜ਼ੁਬਾਨ, ਨੱਕ, ਇਹਨੂੰ ਜਾਣਦਾ ਵੀ ਮੈਂ ਇਹ। ਮਹਾਰਾਜ ਜੀ ਕਹਿੰਦੇ ਨਹੀਂ, ਇਹ ਵੀ ਤੇਰਾ ਸਰੀਰ ਨਹੀਂ। ਬਹੁਤਾ ਸਮਾਂ ਨਹੀਂ ਕਿ ਆਪਾਂ ਇਹ ਗੱਲ ਦਾ ਵਿਸਥਾਰ ਕਰੀਏ। ਮਹਾਰਾਜ ਕਹਿੰਦੇ ਇਹ ਵੀ ਸਾਧਨ ਹੈ ਇੱਕ। ਉੱਥੇ ਮਹਾਰਾਜ ਨੇ ਇੱਕ ਉਦਾਹਰਨ ਦਿੱਤੀ, ਜਿਵੇਂ ਮਹਾਰਾਜ ਜੀ ਕਹਿੰਦੇ ਕਿ ਇੱਕ ਤਰਖਾਣ ਹੋਵੇ, ਮਿਸਤਰੀ ਹੋਵੇ, ਉਹਦੇ ਹੱਥ 'ਚ ਕੋਈ ਸੰਦ ਫੜਿਆ ਹੋਵੇ, ਕੁਹਾੜਾ ਹੋਵੇ ਜਾਂ ਤੇਸਾ ਹੋਵੇ, ਉਹਦੇ ਨਾਲ ਉਹ ਕੰਮ ਕਰਦਾ, ਉਹ ਸਾਧਨ ਹੁੰਦਾ। ਅਤੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਇੰਦਰੇ ਸਾਧਨ ਹੈ, ਇਹ ਸਰੂਪ ਨਹੀਂ ਤੇਰਾ। ਮਹਾਰਾਜ ਦੇ ਬਚਨ ਕਹਿਣ ਅਨੁਸਾਰ ਉਹਨੂੰ ਵੀ ਗਿਆਨ ਹੋ ਗਿਆ ਇਸ ਚੀਜ਼ ਦਾ। ਫਿਰ ਮਹਾਰਾਜ ਜੀ ਨੂੰ ਕਹਿੰਦਾ, ਮਹਾਰਾਜ ਜੀ ਮੈਂ ਪ੍ਰਾਣ ਹੈ। ਮਹਾਰਾਜ ਜੀ ਕਹਿੰਦੇ ਤੂੰ ਪ੍ਰਾਣ ਵੀ ਨਹੀਂ। ਨਹੀਂ, ਕਹਿੰਦਾ ਮਹਾਰਾਜ ਜੀ ਪ੍ਰਾਣਾ ਕਰਕੇ ਤਾਂ ਮੇਰਾ ਜੀਵਨ ਹੈ, ਪ੍ਰਾਣ ਚੱਲਦੇ ਆ। ਮਹਾਰਾਜ ਜੀ ਕਹਿੰਦੇ ਨਹੀਂ, ਪ੍ਰਾਣਾ ਕਰਕੇ ਵੀ ਤੇਰਾ ਜੀਵਨ ਨਹੀਂ। ਨੂੰ ਮਿਲੇ ਆ ਸੰਸਾਰ ਦੇ ਵਿੱਚ ਵੀ ਇਹ ਤੇ ਜੜ ਸਰੀਰ ਨੇ ਸਫ਼ਰ ਕਰਨਾ, ਬਸ ਇੱਕ ਘੋੜਾ ਹੈ ਇਹ ਪ੍ਰਾਣ ਤੈਨੂੰ ਮਿਲੇ ਹੋਏ। ਫਿਰ ਮਹਾਰਾਜ ਜੀ ਨੂੰ ਕਹਿੰਦਾ, ਮਹਾਰਾਜ ਠੀਕ ਹੈ ਤੁਹਾਡੀ ਗੱਲ ਇਹ ਵੀ ਮੰਨ ਲਈ। ਫਿਰ ਕਹਿੰਦਾ ਮਹਾਰਾਜ ਜੀ ਮੈਂ ਆਪਣੇ ਬੁੱਧੀ ਨੂੰ, ਜਿਹੜਾ ਨਾ ਬੁੱਧੀ ਨੂੰ ਮੰਨਦਾ, ਜਿਹੜੀ ਬੁੱਧੀ ਹੈ ਮੇਰੀ, ਉਹ ਮੇਰਾ ਅਸਲੀ ਸਰੂਪ ਹੈ। ਮਹਾਰਾਜ ਕਹਿੰਦੇ ਨਹੀਂ, ਬੁੱਧੀ ਵੀ ਜਿਹੜੀ ਹੈ ਨਾ ਇਹ ਸਤਗੁਣ ਤੋਂ ਪੈਦਾ, ਰਜੋ ਤਮੋ ਸਤੋ, ਇਹ 3 ਗੁਣ ਗਏ ਆ। ਇਹ ਬੁੱਧੀ ਜਿਹਦੇ ਵਿੱਚ ਅੰਤਸ਼ਕਰਨ ਆ ਜਾਂਦਾ, ਮਨ, ਚਿੱਤ, ਬੁੱਧ ਅਤੇ ਅਹੰਕਰਨ, ਵੀ ਉੱਥੋਂ ਪੈਦਾ ਹੋਈ ਇਹ ਬੁੱਧੀ। ਵੀ ਇਹ ਵੀ ਜੜ ਹੈ, ਆਪਣੇ ਆਪ ਇਹ ਕੰਮ ਨਹੀਂ ਕਰ ਸਕਦੀ, ਵੀ ਸਾਧਨ ਹੈ। ਫਿਰ ਕਹਿੰਦਾ ਮਹਾਰਾਜ ਮੈਂ ਮਨ ਹੈ। ਮਹਾਰਾਜ ਕਹਿੰਦੇ ਮਨ, ਕਹਿੰਦਾ ਜੀ ਮਨ ਮੇਰਾ ਫੁਰਨਾ ਕਰਦਾ ਵੀ ਮੈਂ ਫਲਾਣੇ ਥਾਂ ਜਾਵਾਂ, ਮੈਂ ਰਾਜਾ ਵਾਂ, ਉਹਨੂੰ ਜਿੱਤ ਲਵਾਂ, ਉਹਨੂੰ ਜਿੱਤ ਲਵਾਂ। ਮਹਾਰਾਜ ਕਹਿੰਦੇ ਤੂੰ ਮਨ ਨਹੀਂ, ਅਸਲ 'ਚ ਤੇਰਾ ਸਰੂਪ ਉਹ ਹੈ। ਮਨ ਤਾਂ ਮਹਾਰਾਜ ਕਹਿੰਦੇ ਜੜ ਹੈ। ਸਾਰੇ ਸਰੀਰ ਦੇ ਵਿੱਚ ਚੀਜ਼ਾਂ ਸਾਰੀਆਂ ਜੜ ਨੇ, ਸਰੀਰ ਵੀ ਜੜ ਹੈ, ਮਨ ਵੀ ਜੜ ਹੈ, ਬੁੱਧੀ ਵੀ ਜੜ ਹੈ। ਪਰ ਇਹ ਸਰੀਰ ਜੜ ਨੂੰ ਜੋ ਚੇਤਨ ਕਰ ਰਿਹਾ, ਜੋ ਚਲਾ ਰਿਹਾ, ਮਹਾਰਾਜ ਜੀ ਕਹਿੰਦੇ ਉਹ ਤੇਰਾ ਅਸਲੀ ਸਰੂਪ ਹੈ। ਅਤੇ ਸਤਿਗੁਰਾਂ ਦੇ ਸਮਝਾਉਣ ਦੇ ਕਾਰਨ ਰਾਏ ਬੁਲਾਰ ਨੂੰ ਇਹ ਉਪਦੇਸ਼ ਜਦੋਂ ਦਿੱਤਾ ਮਹਾਰਾਜ ਜੀ ਨੇ, ਉਹਨੂੰ ਅੰਦਰ ਦਾ ਗਿਆਨ ਹੋ ਗਿਆ। ਉਹਨੂੰ ਆਪਣੇ ਅੰਦਰ ਵੀ ਰੱਬ ਦਿਸਿਆ, ਉਹਨੂੰ ਹਰ ਕਿਤੇ ਦਿਸਣ ਲੱਗ ਪਿਆ, ਹਰ ਕਿਤੇ ਵਿਆਪਕ। ਭਾਈ ਸੰਤੋਖ ਸਿੰਘ ਜੀ ਨੇ ਬੜਾ ਲੰਮਾ ਪ੍ਰਸੰਗ ਲਿਖਿਆ ਹੋਇਆ ਨਾਨਕ ਪ੍ਰਕਾਸ਼ ਦੇ ਅੰਦਰ, ਕਿ ਰਾਏ ਬੁਲਾਰ ਨੂੰ ਮਹਾਰਾਜ ਜੀ ਨੇ ਬ੍ਰਹਮ ਗਿਆਨ ਕਰਵਾਇਆ, ਇਹ ਆਪਾ ਚੀਨਣ ਦਾ। ਅਤੇ ਦਾਸ ਜੋ ਬੇਨਤੀ ਕਰ ਰਿਹਾ ਸੀ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ, ਕਿ ਉਹ ਭਰਮ ਦੀ ਜਿਹੜੀ ਇਕਾਈ ਹੈ ਨਾ ਸਾਡੇ ਅੰਦਰੋਂ ਉਨਾ ਚਿਰ ਨਹੀਂ ਮਿਟ ਸਕਦੀ ਜਿੰਨਾ ਚਿਰ ਅਸੀਂ ਆਪਾ ਨਹੀਂ ਚੀਨਦੇ। ਅਤੇ ਆਪਾ ਚੀਨਣਾ ਇਹ ਹੈ ਕਿ ਜਦੋਂ ਅਸੀਂ ਚਿੰਤਾ ਵਿੱਚ ਜਾਈਏ ਉਦੋਂ ਸੋਚੀਏ ਭਾਈ ਕਿ ਸਾਡੇ ਵੱਡੇ ਵਡੇਰੇ ਵੀ ਨਹੀਂ ਰਹੇ, ਪਿੱਛੇ ਵੀ ਨਿਗਾਹ ਮਾਰ ਲਈਏ। ਜਿਵੇਂ 4 ਕੁ ਚੀਜ਼ਾਂ ਦੀਆਂ ਨੂੰ ਧਿਆਨ 'ਚ ਰੱਖ ਲੈਣਾ ਚਾਹੀਦਾ ਕਿ ਸਮਾਂ ਸਦਾ ਉਹ ਨਹੀਂ ਰਹਿੰਦਾ, ਜੋ ਪਿੱਛੇ ਸੀ ਉਹ ਨਹੀਂ ਰਿਹਾ, ਹੁਣ ਇਹ ਵੀ ਨਹੀਂ ਰਹਿਣਾ ਅਤੇ ਅੱਗੇ ਆਉਣ ਵਾਲਾ ਵੀ ਨਹੀਂ ਰਹਿਣਾ, ਨਾ ਸਾਡੇ ਹੱਥ ਦੇ ਵਿੱਚ, ਕਿਉਂਕਿ ਸਮਾਂ ਜਿਹੜਾ ਉਹ ਵੀ ਅਸੀਮ ਹੈ। ਅਸੀਂ ਸਮੇਂ ਦੇ ਵਿੱਚ ਵੀ ਨਹੀਂ ਹੈਗੇ। ਤਾਂ ਹੀ ਮਹਾਰਾਜ ਨੇ ਕਿਹਾ ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸਿਵਜੂ ਅਵਤਾਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਕਿ ਬ੍ਰਹਮੇ ਵਰਗੇ, ਸ਼ਿਵ ਜੀ ਵਰਗੇ ਸਮੇਂ ਨੇ ਪੈਦਾ ਕੀਤੇ, ਸਮੇਂ ਨੇ ਪੁਰਾਣੇ ਕਰਤੇ, ਸਮੇਂ ਨੇ ਖ਼ਤਮ ਕਰ ਦਿੱਤੇ। ਸਮੇਂ ਨੇ ਸਾਨੂੰ ਇੱਕ ਦਿਨ ਖ਼ਤਮ ਕਰ ਦੇਣਾ, ਸਮੇਂ ਤੋਂ ਅਸੀਂ ਵੱਡੇ ਨਹੀਂ ਹੋ ਸਕਦੇ। ਫਿਰ ਸਪੇਸ, ਜਗ੍ਹਾ, ਆਕਾਸ਼, ਜਿਹੜੀ ਜਗ੍ਹਾ 'ਤੇ ਅਸੀਂ ਬੈਠੇ ਹਾਂ ਉਹਦੇ ਬਾਰੇ ਸੋਚੀਏ, ਪੜਚੋਲ ਕਰੀਏ। ਅਤੇ ਮਹਾਰਾਜ ਕਹਿੰਦੇ ਨੇ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ,
ਵੀ ਕਿੰਨੇ ਬੈਠ ਕੇ ਇੱਥੇ ਚਲੇ ਗਏ, ਸਦਾ ਇੱਥੇ ਬੈਠੇ ਨਹੀਂ ਰਹਿਣਾ। ਫਿਰ ਆਪਣੀ ਮੌਤ ਨੂੰ ਚੇਤੇ ਕਰੀਏ ਵੀ ਸਦਾ ਸੰਸਾਰ ਵਿੱਚ ਕੋਈ ਰਹਿ ਨਹੀਂ ਸਕਦਾ। ਮਹਾਰਾਜ ਜੀ ਬਾਣੀ ਅੰਦਰ ਕਹਿੰਦੇ ਨੇ, ਬਾਣੀ 'ਚ ਵਾਰ-ਵਾਰ ਇਹ ਗੱਲ ਚੇਤੇ ਕਰਾਈ ਮਹਾਰਾਜ ਜੀ ਨੇ ਕਿ ਮਹਾਰਾਜ ਜੀ ਕਹਿੰਦੇ ਜਗ ਰਚਨਾ ਜਿਹੜੀ ਝੂਠ ਹੈ, ਸੰਸਾਰ ਦੀ ਰਚਨਾ ਜਿਹੜੀ ਹੈ ਨਾ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਮੌਤ ਨੂੰ ਚੇਤੇ ਰੱਖੀਏ ਕਿ ਚਲੇ ਇੱਕ ਦਿਨ ਜਾਣਾ, ਭਾਵੇਂ ਦੂਸਰੇ ਦੀ ਵਾਰੀ ਆ, ਪਹਿਲਾਂ ਕੋਈ ਮਰ ਗਿਆ, ਕਿਸੇ ਦਿਨ ਮੇਰੀ ਵੀ ਵਾਰੀ ਆ ਜਾਣੀ ਆ। ਜਦੋਂ ਇਹ ਗੱਲਾਂ ਚੇਤੇ, ਚੌਥੀ ਗੱਲ ਜਿਹੜੀ ਆ ਵਿਦਵਾਨ ਕਹਿੰਦੇ ਇਹ ਗੱਲ ਚੇਤੇ ਰੱਖ ਕਿ ਇੱਥੇ ਹਰੇਕ ਚੀਜ਼ ਬਦਲ ਰਹੀ ਹੈ। ਬਸ ਹਰੇਕ ਚੀਜ਼ ਛਿਨ ਔਤ ਬਿਹਾਤ ਹੈ, ਫੂਟੇ ਘਟ ਜਿਓ ਪਾਣੀ, ਵੀ ਉਮਰ ਬੀਤਦੀ ਪਈ ਹੈ, ਛਿਣ ਦੇ ਵਿੱਚ ਚੀਜ਼ ਬਦਲ ਰਹੀ ਹੈ। ਬਚਪਨ ਸੀ, ਬਚਪਨ ਦੇ ਰੰਗ ਹੋਰ ਸੀ, ਫਿਰ ਜਵਾਨੀ ਆ ਗਈ, ਜਵਾਨੀ ਦੇ ਰੰਗ ਹੋਰ ਨੇ, ਬੁਢੇਪੇ ਦੇ ਰੰਗ ਹੋਰ ਨੇ। ਛਿਣ ਵਿੱਚ ਸਮਾਂ ਬਦਲ ਰਿਹਾ, ਸਰੀਰ ਜਰਜਰ ਹੋ ਰਿਹਾ। ਮਹਾਰਾਜ ਕਹਿੰਦੇ ਆਹ ਚਾਰ ਕੁ ਚੀਜ਼ਾਂ ਨੂੰ ਚੇਤੇ ਰੱਖ ਲਵੇਂਗਾ ਨਾ ਕਿ ਸਮਾਂ ਨਹੀਂ ਤੇਰਾ ਸਦਾ ਇਹ ਰਹਿਣ ਵਾਲਾ, ਤੂੰ ਇੱਥੇ ਰਹਿ ਨਹੀਂ ਸਕਦਾ ਇਸ ਸਮੇਂ ਵਿੱਚ ਸਦਾ। ਜਿੰਨਾ ਕੁ ਤੈਨੂੰ ਮਿਲਿਆ ਉਹਨਾਂ ਚਿਰ ਹੀ ਰਹਿ ਸਕਦਾ ਤੂੰ। ਸਮਾਂ ਅਸੀਮ ਹੈ। ਵੱਡੇ ਵੱਡੇ ਲੋਕ ਸਮੇਂ ਨੇ ਖ਼ਤਮ ਕਰ ਦਿੱਤੇ, ਬ੍ਰਹਮੇ ਵਰਗੇ, ਸ਼ਿਵਜੀ ਵਰਗੇ, ਵਿਸ਼ਨੂੰ ਵਰਗੇ, ਰਾਵਣ ਵਰਗੇ ਸਮੇਂ ਨੇ ਖਪਾ ਕੇ ਰੱਖ ਦਿੱਤੇ। ਜਿਹੜੇ ਜਗ੍ਹਾ ਦਾ ਮਾਣ ਕਰਦੇ ਸੀ, ਹੰਕਾਰ ਕਰਦੇ ਸੀ, ਜਿਵੇਂ ਆਪਾਂ ਇਹ ਭਗਤ ਜੀ ਦਾ ਸ਼ਬਦ ਪੜ੍ਹਦੇ ਨਾ, ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਵਿਛਾਏ, ਮਾਰ ਕੰਡੇ ਤੇ ਕੋਧ ਘਾਈ, ਜਿਨ ਤ੍ਰਿਨ ਧਰ ਮੂਨ ਬੁਲਾਏ। ਕਿ ਵੱਡੀਆਂ ਡੀਂਗਾਂ ਮਾਰਨ ਵਾਲੇ ਦੁਰਯੋਧਨ ਵਰਗੇ ਜਿਹੜੇ ਸੀ ਉਹ ਵੀ ਇੱਥੇ ਆਪਣੀ ਜਗ੍ਹਾ ਮੱਲ ਕੇ ਬੈਠੇ ਸੀ ਕਿ ਸਾਡਾ ਹੀ ਰਾਜ ਭਾਗ ਹੈ, ਪਰ ਉਹ ਵੀ ਇੱਥੋਂ ਚਲੇ ਗਏ, ਲੈ ਕੇ ਕੁਝ ਨਹੀਂ ਗਏ। ਜਿਸ ਆਸਨ ਹਮ ਬੈਠੇ ਕੀਤੇ ਬੈਸ ਗਿਆ। ਅਤੇ ਮੌਤ ਸਾਰਿਆਂ ਦੇ ਉੱਤੇ ਵਿਆਪਣੀ, ਇੱਕ ਦਿਨ ਕਾਲ ਦੇ ਅਧੀਨ ਅਸੀਂ ਸਾਰੇ। ਮਹਾਰਾਜ ਜੀ ਕਹਿੰਦੇ ਸਭਨਾ ਮਰਨਾ ਆਇਆ, ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ, ਆਗੇ ਮਿਲਣ ਕਿਨਾਹ। ਫਿਰ ਹਰੇਕ ਚੀਜ਼ ਜਿਹੜੀ ਆ ਘਟ ਰਹੀ ਹੈ, ਛਿਨ ਦੇ ਵਿੱਚ ਬਦਲ ਰਹੀ ਹੈ, ਬਦਲਾਵ ਆ ਰਿਹਾ। ਜਿਨ੍ਹਾਂ ਗੱਲਾਂ ਨੂੰ ਅਸੀਂ ਚੇਤੇ ਰੱਖਾਂਗੇ ਸਾਡਾ ਆਪਾ ਚੀਨਿਆ ਜਾਵੇਗਾ ਅਤੇ ਸਾਡੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ। ਗੁਰਬਾਣੀ ਦੇ ਲੜ ਲੱਗੀਏ, ਗੁਰਬਾਣੀ ਨੂੰ ਪੜ੍ਹੀਏ, ਵਿਚਾਰ ਕੇ ਆਪਾ ਚੀਨਣ ਦਾ ਇਹ ਤਰੀਕਾ ਸਿੱਖੀਏ ਕਿ ਸੰਸਾਰ ਵਿੱਚ ਕੋਈ ਸਦਾ ਨਹੀਂ ਇੱਥੇ ਰਹਿ ਸਕਦਾ। ਸਦਾ ਰਹਿਣ ਵਾਲਾ ਕੌਣ ਹੈ? ਇੱਕ ਪਰਮੇਸ਼ਰ। ਅਤੇ ਉਸ ਪਰਮੇਸ਼ਰ ਨਾਲ ਰੋਜ਼ 1 ਘੰਟਾ ਜੇ ਇਸ ਗੱਲਾਂ ਨੂੰ ਵਿਚਾਰ ਕੇ ਉਹਦੇ ਨਾਲ ਜੁੜਨਾ ਕਰੀਏ ਕਿ ਸਦਾ ਰਹਿਣ ਵਾਲਾ ਉਹ ਹੈ, ਉਹਦੇ ਨਾਲ ਜੁੜੀਏ, ਅੱਖਾਂ ਬੰਦ ਕਰਕੇ ਬੈਠੀਏ ਅਤੇ ਉਹਨੂੰ ਖੋਜੀਏ ਆਪਣੇ ਅੰਦਰ ਕਿ ਉਹ ਸਦਾ ਰਹਿਣ ਵਾਲਾ ਜਿਹਨੂੰ ਕਿਹਾ ਜਾਂਦਾ। ਕਲਗੀਧਰ ਪਾਤਸ਼ਾਹ ਨੇ ਸੱਚ ਦਾ ਆਨੰਦ ਕਿਹਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਹਨੂੰ ਇੱਕ ਓੰਕਾਰ ਕਿਹਾ। ਉਹ ਸੱਤ ਚਿੱਤ ਆਨੰਦ ਸਰੂਪ ਹੈ, ਜੋ ਉਹਦੀ ਖੋਜ ਕਰੀਏ, ਉਸ ਮੂਲ ਨੂੰ ਆਪਣੇ ਨੂੰ ਪਛਾਣੀਏ, ਸਾਡੀਆਂ ਚਿੰਤਾਵਾਂ ਜਿਹੜੀਆਂ ਦੂਰ ਹੋ ਜਾਣਗੀਆਂ। ਸੋ ਮਹਾਰਾਜ ਸਾਡੇ ਸਾਰਿਆਂ 'ਤੇ ਕਿਰਪਾ ਕਰਨ। ਇਹ ਪਵਿੱਤਰ ਪਾਵਨ ਗੁਰਬਾਣੀ ਦੀ ਜਿਹੜੀ ਵਿਚਾਰ ਹੈ ਸਾਡੇ ਹਿਰਦੇ ਵਿੱਚ ਵਸੇ, ਤਾਂ ਕਿ ਅਸੀਂ ਵੀ ਗੁਰਬਾਣੀ ਨਾਲ ਜੁੜ ਕੇ ਆਪਣੀਆਂ ਚਿੰਤਾਵਾਂ ਨੂੰ ਦੂਰ ਕਰ ਸਕੀਏ। ਕਿਉਂਕਿ ਦੁੱਖ ਅਤੇ ਸੁੱਖ ਫਿਰ ਸਾਨੂੰ ਇਹ ਸਮਝ ਆ ਜਾਵੇਗੀ ਕਿ ਦੁੱਖ ਅਤੇ ਸੁੱਖ ਤਾਂ ਉਹਦੇ ਹੁਕਮ ਵਿੱਚ ਹੈ। ਜਦੋਂ ਪਰਮੇਸ਼ਰ ਨਾਲ ਜੁੜ ਗਏ ਫਿਰ ਸਾਡੇ ਉੱਤੇ ਅਸਰ ਨਹੀਂ ਆਪਣਾ ਦਿਖਾਉਂਦੇ, ਇਹਨਾਂ ਦਾ ਸਾਡੇ 'ਤੇ ਅਸਰ ਨਹੀਂ ਹੁੰਦਾ। ਪੁਰਾਤਨ ਗੁਰਸਿੱਖਾਂ ਦਾ ਜੀਵਨ ਹੀ ਇਸ ਤਰ੍ਹਾਂ ਦਾ ਨਾ, ਦੁੱਖ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਹੀ ਆਏ। ਕਿਸੇ ਦਾ ਬੰਦ ਕੱਟਿਆ ਗਿਆ, ਕਿਸੇ ਦੀ ਖੋਪਰੀ ਲਾਹ ਦਿੱਤੀ ਗਈ, ਕਿਸੇ ਨੂੰ ਚਰਖੜੀਆਂ 'ਤੇ ਚਾੜ੍ਹ ਦਿੱਤਾ, ਕਿਸੇ ਦਾ ਜਮੂਰਾਂ ਨਾਲ ਮਾਸ ਖਿੱਚ ਦਿੱਤਾ। ਉਹ ਜੁੜੇ ਕਿਹਦੇ ਨਾਲ ਸੀ? ਸੱਤ ਚਿੱਤ ਆਨੰਦ ਸਰੂਪ ਜੋ ਸਦਾ ਰਹਿਣ ਵਾਲਾ ਵਾ। ਸਰੀਰ ਨਾਲ ਨਹੀਂ ਜੁੜੇ ਹੋਏ ਸੀ। ਸਰੀਰ ਦਾ ਤਾਂ ਉਹਨਾਂ ਨੂੰ ਪਤਾ ਸੀ ਵੀ ਜੋ ਵੀ ਅਸੀਂ ਦੇਖਦੇ ਹਾਂ, ਅੱਖਾਂ ਦੇ ਨਾਲ ਦੇਖਦੇ ਪਏ ਹਾਂ, ਉਹ ਸਭ ਕੁਝ ਬਿਨਸ ਜਾਣ ਵਾਲਾ, ਖਤਮ ਹੋ ਜਾਣ ਵਾਲਾ, ਇਹ ਸਦਾ ਨਹੀਂ ਰਹਿਣ ਵਾਲਾ। ਅਤੇ ਜਦੋਂ ਅਸੀਂ ਗੁਰਬਾਣੀ ਨੂੰ ਇਸ ਤਰ੍ਹਾਂ ਵਿਚਾਰ ਕੇ ਸਮਝ ਕੇ ਗੁਰਮੁਖ ਪਿਆਰਿਆਂ ਦੀ ਸੰਗਤ ਕਰਾਂਗੇ, ਕਥਾ ਕੀਰਤਨ ਸੁਣਾਂਗੇ ਗੁਰੂ ਕੋਲ ਬੈਠ ਕੇ, ਫਿਰ ਸਾਡੇ ਅੰਦਰ ਪਿਆਰ ਪੈਦਾ ਹੋਵੇਗਾ ਅਤੇ ਆਪਾਂ ਆਪਣੀ ਜ਼ਿੰਦਗੀ 'ਚੋਂ 1 ਘੰਟਾ ਜਿਹੜਾ ਨਾ ਗੁਰੂ ਵਾਸਤੇ ਜ਼ਰੂਰ ਕੱਢੀਏ ਅਤੇ ਅਸੀਂ ਸੁਖੀ ਹੋ ਸਕਦੇ, ਸਾਡੀਆਂ ਚਿੰਤਾਵਾਂ ਸਾਰੀਆਂ ਖਤਮ ਹੋ ਸਕਦੀਆਂ। ਸੋ ਮਹਾਰਾਜ ਸਾਡੇ ਸਾਰਿਆਂ 'ਤੇ ਕਿਰਪਾ ਕਰਨ। ਇਹ ਪਵਿੱਤਰ ਪਾਵਨ ਵਿਚਾਰ ਸਾਡੇ ਹਿਰਦੇ ਵਿੱਚ ਵਸੇ, ਤਾਂ ਕਿ ਸਾਡਾ ਲੋਕ ਪ੍ਰਲੋਕ ਸੁਹੇਲਾ ਹੋਵੇ। ਵਿਚਾਰਾਂ ਕਰਦਿਆਂ ਹਾਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਕ ਨੇ। ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।